TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਬਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਪਸੰਦ ਆਵੇਗਾ। ਕੱਲ੍ਹ ਵਾਲੇ ਪ੍ਰੋਗਰਾਮ ਵਾਸਤੇ ਤੁਸੀਂ ਫੀਡਬੈਕ ਦਿੱਤੀ, ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਦੌਰਾਨ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 905 872 52 59 ਦੇ ਉੱਤੇ ਸਾਡੇ ਨਾਲ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਕੋਈ ਇਨਪੁਟ ਦੇ ਸਕਦੇ ਹੋ 9058725259 ਦੇ ਉੱਤੇ ਸਟੂਡੀਓ 'ਚ ਕਾਲ ਕਰਕੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈਗੀ ਆ। ਤੇ ਆਓ ਅੱਜ ਦੇ ਆਪਾਂ ਟੌਪਿਕ ਵੱਲ ਜਿਹੜਾ ਹੈ ਉਹ ਚੱਲਦੇ ਹੈਗੇ ਆ। ਅੱਜ ਜਿਹੜਾ ਮੈਂ ਟੌਪਿਕ ਲਿਆ ਹੈਗਾ ਉਹ ਜਿਹੜਾ ਹੈਗਾ ਕਿ ਆਪਾਂ ਅੱਜ ਨਜ਼ਰ ਮਾਰਦੇ ਹਾਂ ਕਿ ਪੰਜਾਬ ਦੇ ਜਿਹੜੇ ਹੋ ਰਹੇ ਜਾਂ ਪਿੱਛੇ ਤੋਂ ਚੱਲੇ ਆ ਰਹੇ ਧੱਕੇ ਨੇ ਤੇ ਪੰਜਾਬ ਦੇ ਨਾਲ ਜਿਹੜੀ ਧੋਖਾ ਹੈਗਾ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਹੈਗਾ। ਅੱਜ ਆਪਾਂ ਇਸ ਦੇ ਉੱਤੇ ਗੱਲਬਾਤ ਕਰਨੀ ਆ। ਤੁਸੀਂ ਕੋਈ ਇਨਪੁਟ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਕਾਲ ਕਰਕੇ ਸਟੂਡੀਓ 'ਚ ਸਾਡੇ ਨਾਲ ਗੱਲਬਾਤ ਕਰ ਸਕਦੇ ਹੈਗੇ ਹੋ। ਤੁਹਾਡੀ ਵਿਚਾਰਧਾਰਾ ਸਾਡੇ ਨਾਲ ਰਲਦੀ ਆ, ਤੁਹਾਡੀ ਵਿਚਾਰਧਾਰਾ ਕੋਈ ਹੋਰ ਆ ਤਾਂ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੈਗੇ ਹੋ। ਅਸੀਂ ਆਪਣੇ ਵਿਚਾਰ ਰੱਖ ਸਕਦੇ ਹਾਂ, ਤੁਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦੇ ਹੋ, ਲੇਕਿਨ ਮਰਿਆਦਾ ਦੇ ਵਿੱਚ। ਸੋ ਆਓ ਆਪਾਂ ਗੱਲਬਾਤ ਜਿਹੜੀ ਹੈ ਉਹ ਸ਼ੁਰੂਆਤ ਕਰਦੇ ਹੈਗੇ ਆ। ਅੱਜ ਦਾ ਜਿਹੜਾ ਟੌਪਿਕ ਲਿਆ ਹੈਗਾ ਇਹ ਇਸ ਕਰਕੇ ਲਿਆ ਹੈਗਾ ਕਿ ਆਪਾਂ ਵੇਖ ਰਹੇ ਹਾਂ ਕਿ ਹੁਣ ਜੋ ਕੁਝ ਵੀ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਵਿੱਚ ਦੌੜ ਲੱਗੀ ਹੋਈ ਆ, ਇੱਕ ਉਸ ਨੂੰ ਮੁੱਖ ਰੱਖ ਕੇ ਤੇ ਪਿਛਲੇ ਲੰਮੇ ਸਮੇਂ ਤੋਂ ਆਪਾਂ ਨੂੰ ਨਜ਼ਰ ਮਾਰਨ ਦੀ ਜ਼ਰੂਰਤ ਆ, ਆਪਾਂ ਨੂੰ ਸੋਚਣ ਦੀ ਜ਼ਰੂਰਤ ਆ, ਆਪਾਂ ਨੂੰ ਸਮਝਣ ਦੀ ਜ਼ਰੂਰਤ ਆ। ਸਭ ਤੋਂ ਵੱਡੀ ਗੱਲ ਆ ਕਿ ਸਾਨੂੰ ਸਮਝਣ ਦੀ ਜਿਹੜੀ ਜ਼ਰੂਰਤ ਹੈਗੀ ਆ, ਇਸ ਤੋਂ ਉੱਪਰ ਕੁਝ ਨਹੀਂ ਹੈਗਾ। ਸੋ ਅਸਲ ਦੇ ਵਿੱਚ ਸਾਡਾ ਜਿਹੜਾ ਪੰਜਾਬ ਦੇ ਨਾਲ ਜਿਹੜਾ ਧੱਕਾ ਏ ਜਾਂ ਪੰਜਾਬ ਦੀ ਬਰਬਾਦੀ ਆ ਜਾਂ ਪੰਜਾਬ ਦੀ ਜਿਹੜੀ ਅੱਜ ਦੁਰਦਸ਼ਾ ਕਰ ਦਿੱਤੀ ਆ, ਉਹਦਾ ਜ਼ਿੰਮੇਵਾਰ ਕੌਣ ਹੈਗਾ। ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਸਾਨੂੰ ਦੇਖਣੀ ਪਏਗੀ ਕਿ ਉਹਦੇ ਜ਼ਿੰਮੇਵਾਰ ਕੌਣ ਨੇ। ਜਿਹੜੇ ਮੋਹਰੇ ਸਾਡੇ ਸਾਹਮਣੇ ਜਮੂਰੇ ਜਿਹੜੇ ਨੇ ਉਹ ਦਿਖਦੇ ਨੇ, ਜਾਂ ਕਈ ਲੋਕਾਂ ਨੂੰ ਉਹ ਦਿਖਦੇ ਨੇ, ਕਈਆਂ ਨੂੰ ਉਹ ਵੀ ਨਹੀਂ ਦਿਖਦੇ ਹੈਗੇ। ਉਹ ਲੋਕ ਜਿਹੜੇ ਸਾਨੂੰ ਦਿਖਾਈ ਦੇ ਰਹੇ ਹੈਗੇ ਨੇ ਜਾਂ ਇਹਦੇ ਪਿੱਛੇ ਕੌਣ ਆ, ਉਹਦੇ ਤੇ ਸਾਨੂੰ ਜਿਹੜੀ ਆ ਸੋਚਣ ਤੇ ਸਮਝਣ ਦੀ ਜ਼ਰੂਰਤ ਆ। ਤਾਂ ਅਸੀਂ ਕੋਈ ਆਪਣਾ ਰਸਤਾ ਲੱਭ ਸਕਦੇ ਹਾਂ ਜੇ ਅਸੀਂ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝ ਲੈਣੇ ਹੈਗੇ ਆ। ਸੋ ਪੰਜਾਬ ਦੀ ਜਿਹੜੀ ਲੜਾਈ ਆ, ਪੰਜਾਬ ਵਿੱਚ ਬਹੁਤ ਗਿਣਤੀ 'ਚ ਵੱਸਦੇ ਹੋਏ ਖਾਸ ਤੌਰ ਦੇ ਉੱਤੇ ਸਿੱਖ, ਉਹਨਾਂ ਦੀ ਜਿਹੜੀ ਲੜਾਈ ਆ, ਕਿਉਂਕਿ ਪੰਜਾਬ ਦਾ ਜਿਹੜਾ ਭਵਿੱਖ ਸਾਰਾ ਕੁਝ ਜੁੜਿਆ ਹੋਇਆ, ਪੰਜਾਬ ਦਾ ਅਗਰ ਇਹ ਉਜਾੜਾ ਜਾਂ ਪੰਜਾਬ ਦਾ ਜਿਹੜਾ ਧੋਖਾ ਜਾਂ ਪੰਜਾਬ ਦੇ ਨਾਲ ਧੱਕਾ, ਉਹਦਾ ਕਾਰਨ ਜਿਹੜਾ ਹੈ ਉਹ ਮੇਨ ਤੌਰ ਦੇ ਉੱਤੇ ਸਿੱਖ ਨੇ। ਉਹਦਾ ਕਾਰਨ ਇਹ ਹੈਗਾ ਕਿ ਉਹਦੇ ਸਿੱਖਾਂ ਨੂੰ ਜਾਂ ਸਿੱਖਾਂ ਦੀ ਵਿਚਾਰਧਾਰਾ, ਸਿੱਖੀ ਨੂੰ ਖਤਮ ਕਰਨ ਵਾਸਤੇ, ਸਿੱਖਾਂ ਦੀ ਪੂਰੀ ਨਸਲਕੁਸ਼ੀ ਕਰਨਾ ਜਿਹੜਾ ਹੈ ਉਹਦੇ ਪਿੱਛੇ ਜਿਹੜਾ ਕੌਣ ਆ, ਉਹਦੇ ਕਰਕੇ ਸਾਨੂੰ ਇਹ ਤਸਵੀਰ ਜਿਹੜੀ ਆ ਉਹ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਨਹੀਂ ਤਾਂ ਫਿਰ ਅਸੀਂ ਜਿਸ ਜਗ੍ਹਾ ਦੇ ਉੱਤੇ ਆ ਕੇ ਖੜ ਗਏ ਆ, ਜੇ ਅੱਜ ਵੀ ਅਸੀਂ ਇਸ ਚੀਜ਼ ਨੂੰ ਨਾ ਸਮਝੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਡੇ ਵਾਸਤੇ ਕੋਈ ਰਸਤਾ ਜਿਹੜਾ ਹੈ ਉਹ ਕੋਈ ਲੱਭਣਾ ਨਹੀਂ ਸਾਨੂੰ। ਸੋ ਜਿਹੜੀ ਸਾਡੀ ਲੜਾਈ ਆ, ਖਾਸ ਤੌਰ ਦੇ ਪੰਜਾਬੀਆਂ ਤੇ ਖਾਸ ਦੇ ਉੱਤੇ ਸਿੱਖਾਂ ਦੀ ਲੜਾਈ ਆ, ਉਹ ਲੜਾਈ ਹੈਗੀ ਆ ਸਿੱਧੀ ਜਿਹੜੀ ਆ ਉਹ ਵਿਪਰਵਾਦ ਦੇ ਨਾਲ ਹੈਗੀ ਆ। ਸੋ ਵਿਪਰਵਾਦ ਨੂੰ ਤੁਸੀਂ ਸਮਝਣਾ ਸੌਖੇ ਤਰੀਕੇ ਦੇ ਨਾਲ, ਸੋ ਵਿਪਰਵਾਦ ਨੂੰ ਤੁਸੀਂ ਦੇਖਣਾ ਤਾਂ ਤੁਹਾਨੂੰ ਬੜੇ ਸੌਖੇ ਤਰੀਕੇ ਦੇ ਨਾਲ ਜਿਹੜਾ ਉਹ ਦਿਖਾਈ ਦੇ ਜਾਵੇਗਾ। ਉਹ ਅਲੱਗ ਹੈਗਾ ਕਿ ਸਟੇਟ ਦੇ ਵਿੱਚ ਜਿਹੜੀ ਧਿਰ ਕੌਣ ਰਾਜ ਕਰਦੀ ਹੈਗੀ ਆ, ਰਾਜ ਕਰ ਰਹੀ ਧਿਰ ਜਿਹੜੀ ਹੈਗੀ ਆ ਉਹਦੇ ਨਾਲ ਉਹਦਾ ਸਿੱਧਾ ਸੰਬੰਧ ਹੋਵੇ ਜਾਂ ਨਾ ਹੋਵੇ, ਪਰ ਪਿੱਛੇ ਇਹਦੀ ਵਿਚਾਰਧਾਰਾ ਜਿਹੜੀ ਕੰਮ ਕਰਦੀ ਹੈਗੀ ਆ ਉਹ ਵਿਪਰਵਾਦ ਦੀ ਵਿਚਾਰਧਾਰਾ ਕੰਮ ਕਰਦੀ ਆ। ਉਹਦੇ ਵਾਸਤੇ ਚਾਹੇ ਕੋਈ ਵੀ ਪਾਰਟੀ, ਜਿਹੜੇ ਸਾਡੇ ਲੋਕਾਂ ਨੂੰ ਇੱਕ ਵਹਿਮ ਜਿਹੜਾ ਪਿਆ ਹੋਇਆ
ਜਾਂ ਇੱਕ ਸਾਡੇ ਅੱਗੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਆ, ਜਾਂ ਸਾਡੀ ਇੱਕ ਕਲਾਸ ਇਹ ਗੱਲ ਕਹਿ ਲੈਂਦੀ ਹੈਗੀ ਆ ਕਿ ਦੇਖੋ ਜੀ, ਜਾਂ ਇੱਕ ਸਪਸ਼ਟ ਤੌਰ ਦੇ ਉੱਤੇ ਆਰਾਮ ਨਾਲ ਹੀ ਸਾਡੇ ਕੁਝ ਬੰਦੇ ਕਹਿ ਦਿੰਦੇ ਨੇ ਕਿ ਸਾਡੇ ਵਾਸਤੇ ਸਾਡੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਜਿਹੜੀ ਹੈਗੀ ਆ ਉਹ ਕਾਂਗਰਸ ਆ, ਜਾਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹਿ ਲਈਏ ਕਿ ਉਹਦੇ ਤੇ ਬੀਜੇਪੀ ਹੈਗੀ ਆ। ਪਰ ਜਦੋਂ ਤੁਸੀਂ ਇਹਦੇ ਪਿਛੋਕੜ 'ਚ ਦੇਖੋਗੇ, ਜਦੋਂ ਤੁਸੀਂ ਸਾਰੇ ਇਸ ਸਟਰਕਚਰ ਨੂੰ ਦੇਖੋਗੇ, ਇਸ ਪੂਰੀ ਤਸਵੀਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੋਗੇ, ਤਾਂ ਉਸ ਗੱਦੀ ਦੇ ਉੱਤੇ ਕੋਈ ਵੀ ਇਨਸਾਨ ਜਿਹੜਾ ਉਹਦੇ ਉੱਤੇ ਬੈਠੇਗਾ, ਉਹ ਪਿਛਲੇ ਸਮੇਂ ਦੇ ਦੌਰਾਨ ਵੀ ਜਿਹੜਾ ਕੋਈ ਬੈਠਦਾ ਰਿਹਾ ਹੁਣ ਤੱਕ, ਉਹਦੇ ਪਿੱਛੇ ਜਿਹੜਾ ਹੈ ਉਹ ਵਿਪਰਵਾਦੀ ਤਾਕਤਾਂ ਹੀ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ। ਸੋ ਪੰਜਾਬ ਨੂੰ ਤਾਂ ਕਰਕੇ ਹੀ ਇੱਕ ਅਲੱਗ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ, ਦੇਖਿਆ ਗਿਆ ਤੇ ਅੱਗੋਂ ਵੀ ਦੇਖਿਆ ਹੀ ਜਾਣਾ ਹੈਗਾ। ਇਹ ਚੀਜ਼ ਸਾਨੂੰ ਸਮਝ ਜਿਹੜੀ ਆ ਉਹ ਕਿਉਂ ਨਹੀਂ ਆ ਰਹੀ ਹੈਗੀ। ਅਸੀਂ ਕਿਸੇ ਦੇ ਝੰਡਾ ਬਰਦਾਰ ਬਣਦੇ ਆ, ਕਦੀ ਕਿਸੇ ਦੇ ਝੰਡਾ ਬਰਦਾਰ ਬਣਦੇ ਆ, ਜਾਂ ਕਿਸੇ ਦੇ ਉੱਤੇ ਆਸ ਰੱਖਦੇ ਆ, ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਅਸੀਂ ਇਹ ਸਮਝ ਲੈਣੇ ਹੈਗੇ ਆ ਕਿ ਇਹ ਸਾਡਾ ਜਿਹੜਾ ਹੈ ਉਹ ਭਲਾ ਕਰ ਦੇਗਾ। ਸੋ ਮੈਂ ਬਹੁਤ ਸਾਰੇ ਪਲੇਟਫਾਰਮਾਂ ਨੂੰ ਜਦੋਂ ਚੈੱਕ ਕਰਦਾ, ਦੇਖਦਾ, ਜਾਂ ਸੋਸ਼ਲ ਮੀਡੀਆ ਨੂੰ ਖੰਗਾਲੀਦਾ, ਜਾਂ ਹੋਰ ਅਲੱਗ-ਅਲੱਗ ਆਪਣੇ ਸੋਰਸਸ ਤੋਂ ਜਿਹੜੇ ਆਪਾਂ ਕੋਸ਼ਿਸ਼ ਕਰੀਦੀ ਆ ਕਿ ਇਸ ਚੀਜ਼ ਨੂੰ ਦੇਖਿਆ ਜਾਵੇ ਕਿ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਨੇ। ਸੋ ਸਾਡੇ ਬਹੁਤ ਸਾਰੇ ਲੋਕ ਜਿਹੜੇ ਬਾਹਰ ਬੈਠੇ ਹੋਏ ਲੋਕ ਨੇ, ਜਾਂ ਇੰਡੀਆ ਤੋਂ ਬਾਹਰ ਬੈਠੇ ਹੋਏ ਲੋਕ ਨੇ, ਜਾਂ ਸਿੱਖ ਡਾਇਸਪੋਰਾ ਦੇ ਵੀ ਕੁਝ ਇਹੋ ਜਿਹੀਆਂ ਇਨਸਾਨ ਨੇ, ਉਹ ਵਿਅਕਤੀ ਵਿਸ਼ੇਸ਼ ਦੇ ਮਗਰ ਲੱਗਣ ਦੇ ਵਿੱਚ ਵਿਸ਼ਵਾਸ ਕਰਦੇ ਆ, ਜਾਂ ਉਹਨਾਂ ਨੂੰ ਇੱਦਾਂ ਲੱਗਦਾ ਕਿ ਜੇ ਬਾਦਲਾਂ ਨੇ ਨੁਕਸਾਨ ਕੀਤਾ, ਜਾਂ ਬਾਦਲਾਂ ਨੇ ਨੁਕਸਾਨ ਜਿਹੜਾ ਹੈ ਉਹ ਬਹੁਤ ਵੱਡੇ ਰੂਪ ਦੇ ਵਿੱਚ ਕੀਤਾ, ਤੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜਾ ਸੀਗਾ ਉਹ ਬਚਾ ਸਕਦਾ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਹੈ ਉਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਜਿਹੜਾ ਉਹ ਬਚਾ ਨਹੀਂ ਸਕਿਆ, ਤੇ ਹੁਣ ਇੱਕ ਨਵਾਂ ਚਿਹਰਾ ਜਿਹੜਾ ਹੈ, ਇੱਕ ਜਮੂਰਾ ਹੋਰ ਨਵਜੋਤ ਸਿੱਧੂ ਦੇ ਰੂਪ ਦੇ ਵਿੱਚ ਆ ਗਿਆ। ਸੋ ਉਹ ਅੱਧਾ ਕਿਲੋ ਤਾਂ ਉਹਨੇ ਖੰਮਣੀਆਂ ਬੱਧੀਆਂ ਹੁੰਦੀਆਂ ਇੱਥੇ ਬਾਂਹ ਦੇ ਨਾਲ, ਤੇ ਅੱਧਾ ਕਿਲੋ ਧਾਗੇ ਬੰਨੀ ਫਿਰਦਾ ਨਾਲ ਉਹ, ਤੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹ ਪੰਜਾਬ ਨੂੰ ਕਿੰਨਾ ਕੁ ਜਿਹੜਾ ਹੈ ਉਹ ਬਚਾ ਸਕਦਾ, ਜਿਹੜਾ ਆਪਣੇ ਬਚਾਅ ਵਾਸਤੇ ਅੱਧਾ ਕਿਲੋ ਸੂਤ ਨਾਲ ਬੰਨੀ ਫਿਰਦਾ ਆਪਣੀ ਬਾਂਹ ਦੇ ਉੱਤੇ। ਇਹ ਉਹਦੀ ਸੋਚਣੀ ਆ, ਇਹ ਉਹਦੀ ਸੋਚਣੀ ਤੇ ਉਹਦੀ ਸਮਝ ਹੈਗੀ ਆ। ਸੋ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਮਗਰ ਲੱਗ ਕੇ ਤੇ ਆਪਣਾ ਭਵਿੱਖ ਉਹਦੇ ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਆ ਪਿਛਲੇ ਲੰਮੇ ਸਮੇਂ ਦੇ ਵਿੱਚੋਂ, ਤੇ ਸਾਨੂੰ ਉਹਦੇ ਚੋਂ ਲੱਭਿਆ ਕੁਛ ਵੀ ਨਹੀਂ ਹੈਗਾ। ਤੇ ਇਹਦੇ ਪਿੱਛੇ ਆਪਾਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਕਿ ਇਹ ਜਿਹੜੇ ਜਮੂਰੇ ਹੁਣ ਤੱਕ ਜਿਹੜੇ ਉਹ, ਮੈਂ ਸਪਸ਼ਟ ਤੌਰ ਦੇ ਉੱਤੇ ਮੈਨੂੰ ਕੋਈ ਕਿਸੇ ਕਿਸਮ ਦਾ ਕੋਈ ਡਰ ਨਹੀਂ, ਮੈਨੂੰ ਕੋਈ ਕਿਸੇ ਕਿਸਮ ਦਾ ਕੋਈ ਭੈ ਨਹੀਂ, ਮੈਨੂੰ ਕਿਸੇ ਕਿਸਮ ਦੀ ਕੋਈ ਬੰਦਸ਼ ਨਹੀਂ ਕਿ ਜਿਹੜੇ ਇਹ ਬਾਂਦਰ ਉਹ ਹੁੰਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਡੁਗ-ਡੁਗੀ ਵਜਾਉਂਦੇ ਨੇ, ਡੁਗ-ਡੁਗੀ ਵਜਾਉਣ ਵਾਲਾ ਇਹਨਾਂ ਦੇ ਪਿੱਛੇ ਕੋਈ ਹੋਰ ਬੈਠਾ ਹੁੰਦਾ। ਸੋ ਉਹ ਪਿੱਛੇ ਬੈਠਾ ਵਿਪਰਵਾਦ। ਸੋ ਇਹ ਲੋਕ ਉਹ ਨੇ ਜਿਹੜੇ ਡੁਗ-ਡੁਗੀ ਦੇ ਉੱਤੇ ਨੱਚਦੇ ਨੇ, ਨਾਚ ਕਰਦੇ ਨੇ। ਉਹ ਅਲੱਗ ਗੱਲ ਆ ਕਿ ਨਾਚ ਕਰਨ ਵਾਲੇ ਜਿਹੜੇ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਨਾਚਕਾਰੀ ਆਪਣੀ ਪੇਸ਼ ਕਰਦੇ ਨੇ, ਤੇ ਅਸੀਂ ਉਸ ਨਾਚਕਾਰੀ ਦੇ ਵਿੱਚ ਮੋਹਿਤ ਹੋ ਜਾਂਦੇ ਹਾਂ। ਉਸ ਨਾਚਕਾਰੀ ਦੇ ਵਿੱਚ, ਉਹਨਾਂ ਦੀਆਂ ਗੱਲਾਂ ਦੇ ਵਿੱਚ, ਉਹਨਾਂ ਦੇ ਕਹਿਣ ਦੇ ਤਰੀਕੇ ਦੇ ਵਿੱਚ ਕੋਈ ਚੁਟਕਲੇ ਸੁਣਾ ਕੇ ਇੱਕ ਦੂਸਰੇ ਦੇ ਖਿਲਾਫ, ਤੇ ਉਹ ਆਪਣੀ ਜਨਤਾ ਨੂੰ ਇਕੱਠਾ ਕਰਕੇ ਤੇ ਜਿਹੜਾ ਹੈ ਉਹ ਸੋਚਦਾ ਕਿ ਮੈਂ ਲੋਕਾਂ ਦਾ ਦਿਮਾਗ ਜਿਹੜਾ ਹੈ ਇਸ ਬੰਨੇ ਲਾ ਕੇ ਤੇ ਆਪਣੀ ਜਿਹੜੀ ਕੁਰਸੀ ਹੈਗੀ ਆ, ਜਾਂ ਮੈਂ ਲੋਕ ਸਭਾ ਦੀ ਜਾਂ ਵਿਧਾਨ ਸਭਾ ਦੀ ਜਿਹੜੀ ਕੁਰਸੀ ਆ ਉਹਨੂੰ ਜਿਹੜਾ ਹੈ ਉਹ ਜਾ ਚਿੰਬੜਾਂ। ਤੇ ਉਹਦੇ ਵਾਸਤੇ ਪੰਜਾਬ ਦੇ ਭਲੇ ਦੀ ਜਿਹੜੀ ਆ ਉਹ ਗੱਲ ਉਹਦੇ ਦਿਮਾਗ ਦੇ ਵਿੱਚ ਕਦੀ ਵੀ ਨਹੀਂ ਹੁੰਦੀ ਹੈਗੀ, ਨਾ ਹੋਈ ਆ ਨਾ ਹੋਣੀ ਆ, ਕਿਉਂਕਿ ਪਿੱਛੇ ਇਹਦੇ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਉਸ ਤੱਕ ਸਾਡੀ ਨਜ਼ਰ ਜਿਹੜੀ ਆ ਉਹ ਕਿਉਂ ਨਹੀਂ ਜਾਂਦੀ ਹੈਗੀ। ਇੱਕ ਆਮ ਜਿਹੜੀ ਹੈ ਉਹ ਸਿੱਖ ਦੀ ਨਜ਼ਰ ਕਿਉਂ ਨਹੀਂ ਜਾਂਦੀ ਉਸ ਚੀਜ਼ ਤਰੀਕੇ, ਸਵਾਲ ਇਹ ਬਹੁਤ ਵੱਡਾ ਪੈਦਾ ਹੁੰਦਾ ਹੈਗਾ। ਸੋ ਪੰਜਾਬ ਲੜ ਰਿਹਾ ਵਿਪਰਵਾਦ ਦੇ ਨਾਲ, ਇਹ ਸਪਸ਼ਟ ਤੌਰ ਦੇ ਉੱਤੇ ਐਗਜ਼ਾਮਪਲਸ ਤੁਹਾਡੇ
ਜਿਹੜੀਆਂ ਨੇ ਉਹ ਸਾਹਮਣੇ ਹੈਗੀਆਂ ਨੇ। ਸੋ ਵਿਪਰਵਾਦ ਨਾਲ ਲੜਨਾ ਜਿਹੜਾ ਹੈ ਉਹ ਕੋਈ ਇੰਨਾ ਸੌਖਾ ਨਹੀਂ ਹੈਗਾ, ਕਿਉਂਕਿ ਸਾਡੇ ਹੀ ਲੋਕ ਜਿਹੜੇ ਨੇ ਜਾਂ ਸਾਡੇ ਹੀ ਜਿਹੜੇ ਲੋਕ ਸਾਡੇ ਵਰਗੇ ਦਿਖਦੇ ਨੇ, ਉਹ ਲੋਕਾਂ ਦੀ ਜਿਹੜੀ ਉਹ ਕਹਿੰਦੇ ਤੇ ਹੈ ਨੇ ਕਿ ਸਾਡੀ ਜਿਹੜੀ ਅਕਲ ਆ ਉਹ ਸੱਤ ਅਸਮਾਨ ਜਿਹੜੀ ਆ ਉਹ ਛੂੰਹਦੀ ਹੈਗੀ ਆ, ਪਰ ਜਦੋਂ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ ਜਾਂ ਪ੍ਰੈਕਟੀਕਲ ਰੂਪ ਦੇ ਵਿੱਚ ਵਿਚਰਦੇ ਨੇ, ਉਹਨਾਂ ਦਾ ਲਾਭ ਕੁਛ ਨਹੀਂ ਹੋਇਆ ਪੰਜਾਬ ਨੂੰ ਅੱਜ ਤੱਕ, ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ, ਕਿਉਂਕਿ ਉਹ ਵੀ ਉਸ ਰਾਸ਼ਟਰਵਾਦ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਲਪੇਟੇ ਹੋਏ ਨੇ। ਉਸ ਜਿਹੜੀ ਨੈਸ਼ਨਲ ਸਟੇਟ ਹੈਗੀ ਆ ਉਹਦੇ ਜਿਹੜੀ ਪੜ੍ਹਾਈ ਉਹਨਾਂ ਨੇ ਪੜ੍ਹੀ ਆ, ਜਿਹੜੀ ਐਜੂਕੇਸ਼ਨ ਉਹਨਾਂ ਨੇ ਦਿਮਾਗ ਦੇ ਵਿੱਚ ਵਾੜੀ ਆ, ਉਸ ਰਾਸ਼ਟਰਵਾਦ ਤੋਂ ਉਹ ਬਾਹਰ ਆ ਕੇ ਸੋਚਦੇ ਨਹੀਂ ਹੈਗੇ, ਕਿਉਂਕਿ ਉਹਨਾਂ ਵਾਸਤੇ ਜਿਹੜਾ ਰਾਸ਼ਟਰ ਆ ਉਹ ਸਭ ਤੋਂ ਵੱਡਾ ਹੈਗਾ। ਮਨੁੱਖ ਦੀ ਕੋਈ ਕਦਰ ਨਹੀਂ ਹੈ, ਮਨੁੱਖਤਾ ਦੀ ਕੋਈ ਕਦਰ ਨਹੀਂ ਹੈ ਉਸ ਦੇ ਵਿੱਚ। ਸੋ ਜਿਹੜਾ ਰਾਸ਼ਟਰਵਾਦ ਦੇ ਲਪੇਟੇ ਦੇ ਵਿੱਚ ਹੈਗਾ, ਉਹ ਇਹ ਕਹਿੰਦਾ ਹੈਗਾ ਕਿ ਰਾਸ਼ਟਰ ਜਿਹੜਾ ਹੈ ਉਹ ਉੱਤਮ ਆ, ਜਿਹੜੀ ਸਟੇਟ ਹੈਗੀ ਆ, ਜਾਂ ਸਿੱਧਾ ਕਹਿ ਲਓ ਕਿ ਭਾਰਤ ਮਾਤਾ ਜਿਹੜੀ ਉਹ ਸਭ ਤੋਂ ਉੱਤੇ ਹੈਗੀ ਆ। ਮਨੁੱਖ ਉਹਦੇ ਵਿੱਚ ਵਸਦੇ ਹੋਏ ਮਨੁੱਖ ਜਿਹੜੇ ਨੇ ਉਹਨਾਂ ਦੀ ਕੋਈ ਵੈਲਿਊ ਹੋਵੇ ਜਾਂ ਨਾ ਹੋਵੇ, ਉਹਦੇ ਉੱਤੇ ਰਾਸ਼ਟਰਵਾਦ ਦਾ ਗਲਬਾ ਜਾਂ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਮਨੁੱਖਾਂ ਨੂੰ ਕੁੱਟਿਆ ਜਾ ਸਕਦਾ, ਮਨੁੱਖਾਂ ਦਾ ਗਲਾ ਘੁੱਟਿਆ ਜਾ ਸਕਦਾ, ਮਨੁੱਖਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਸਕਦਾ ਹੈਗਾ, ਅਣਮਨੁੱਖੀ ਤਸ਼ੱਦਦ ਕੀਤਾ ਜਾ ਸਕਦਾ ਹੈਗਾ, ਕਿਉਂਕਿ ਉਹ ਇਹ ਕਹਿੰਦੇ ਨੇ ਕਿ ਇਹ ਲੋਕ ਜਿਹੜੇ ਸਾਡੇ ਜਿਹੜੀ ਹੈਗੀ ਆ ਮੁਖਾਲਫਤ ਕਰਦੇ ਨੇ ਜਾਂ ਆਪਣੇ ਹੱਕ ਹਕੂਕ ਵਾਸਤੇ ਲੜਦੇ ਨੇ, ਉਹ ਰਾਸ਼ਟਰ ਦੇ ਵਾਸਤੇ ਬਹੁਤ ਵੱਡਾ ਖਤਰਾ ਹੈਗਾ। ਸੋ ਰਾਸ਼ਟਰ ਨੂੰ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਰਾਸ਼ਟਰ ਕੀ ਹੈਗਾ, ਕਿਹਨੂੰ ਰਾਸ਼ਟਰ ਕਹਿੰਦੇ ਨੇ। ਉਹ ਰਾਸ਼ਟਰ ਜਿਹੜਾ ਹੈ ਉਹ ਕਿਹਨੂੰ ਕਹਿੰਦੇ ਨੇ? ਰਾਸ਼ਟਰ ਉਹਨਾਂ ਵਾਸਤੇ, ਉਹਨਾਂ ਦੀ ਨਜ਼ਰ ਦੇ ਵਿੱਚ, ਆਮ ਪਬਲਿਕ ਦੀ ਨਜ਼ਰ ਦੇ ਵਿੱਚ ਰਾਸ਼ਟਰ ਦੀ ਅਗਰ ਉਹ ਡੈਫੀਨੇਸ਼ਨ ਦਿੰਦੇ ਨੇ ਤੇ ਉਹ ਭਾਰਤ ਦਿੰਦੇ ਨੇ, ਪਰ ਲੇਕਿਨ ਅਸਲ ਦੇ ਵਿੱਚ ਰਾਸ਼ਟਰ ਦੀ ਅਸਲ ਦੇ ਵਿੱਚ ਉਹਨਾਂ ਦੇ ਮਾਇਨਿਆਂ ਦੇ ਵਿੱਚ ਜਾਂ ਉਹਨਾਂ ਦੇ ਮੁਤਾਬਕ ਜਿਹੜੀ ਡੈਫੀਨੇਸ਼ਨ ਹੈਗੀ ਆ, ਉਹ ਪਿੱਛੇ ਜਿਹੜੀ ਹੈਗੀ ਆ ਉਹ ਹੈਗੀ ਆ ਵਿਪਰਵਾਦ। ਸੋ ਸਿੱਧੀ ਲੜਾਈ ਤੁਹਾਡੀ ਜਿਹੜੀ ਹੈ ਉਹ ਵਿਪਰਵਾਦ ਦੇ ਨਾਲ ਹੈ। ਸੋ ਇਸ ਚੀਜ਼ ਨੂੰ ਸਾਡੇ ਕੋਲ ਸਮਝ ਜਿਹੜੀ ਆ ਉਹ ਕਿਉਂ ਨਹੀਂ ਸਾਨੂੰ ਆਉਂਦੀ। ਜਦੋਂ ਵੀ ਕੋਈ ਆਪਣੇ ਹੱਕ ਹਕੂਕ ਵਾਸਤੇ ਲੜਦਾ, ਚਾਹੇ ਉਹ ਮਾਂ ਬੋਲੀ ਵਾਸਤੇ ਲੜੇ, ਤੇ ਉਹਦੇ ਵਾਸਤੇ ਉਹ ਪ੍ਰੋਟੈਸਟ ਕਰੇ, ਉਹਦੇ ਵਾਸਤੇ ਕੋਈ ਆਪਣੀ ਗੱਲ ਰੱਖੇ, ਤੇ ਉਹਨਾਂ ਨੂੰ ਉਹ ਜਿਹੜੇ 4 ਬੰਦੇ ਨੇ, 10 ਬੰਦੇ ਨੇ, 50 ਬੰਦੇ ਨੇ, ਕੋਈ ਐਸੋਸੀਏਸ਼ਨ ਆ, ਉਹ ਰਾਸ਼ਟਰ ਦੇ ਉੱਤੇ ਉਹ ਹਮਲਾ ਕਰਾਰ ਦੇ ਦਿੰਦੇ ਨੇ, ਯਾਨੀ ਕਿ ਉਹ ਦੇਸ਼ ਧਰੋਹੀ ਦੇ ਵਜੋਂ ਉਹਨੂੰ ਜਿਹੜਾ ਹੈ ਉਹ ਪੇਸ਼ ਕੀਤਾ ਜਾਂਦਾ ਹੈਗਾ। ਸੋ ਦੇਸ਼ ਧਰੋਹੀ ਦੀ ਡੈਫੀਨੇਸ਼ਨ ਜਿਹੜੀ ਆ ਉਹ ਅੱਜ ਤੱਕ ਸਮਝ ਆਈ ਨਹੀਂ। ਆਮ ਜਿਹੜਾ ਇਹ ਸਾਡੇ ਸਾਹਮਣੇ ਸਵਾਲ ਕੀਤਾ ਜਾਂਦਾ ਹੈਗਾ ਕਿ ਦੇਖੋ ਜੀ, ਇਹ ਜਿਹੜਾ ਡੈਮੋਕ੍ਰੇਸੀ ਆ, ਸੋ ਕਾਲਡ ਡੈਮੋਕ੍ਰੇਸੀ ਭਾਰਤ ਦੀ, ਉਹਦੇ ਜੀ ਸਾਰੇ ਜਿਹੜੇ ਨੇ ਉਹ 4 ਪਿਲਰਾਂ ਦੇ ਉੱਤੇ ਖੜੀ ਹੈਗੀ ਆ। ਸੋ 4 ਪਿਲਰਾਂ ਦੇ ਵਿੱਚ ਉਹ ਜੁਡੀਸ਼ਰੀ ਨੂੰ ਵੀ ਲੈ ਲੈਂਦੇ ਹੈਗੇ ਨੇ, ਉਹ ਆਪਣੀ ਰਾਸ਼ਟਰਵਾਦਤਾ ਨੂੰ ਵੀ ਜਿਹੜਾ ਹੈ ਉਹ ਪ੍ਰਮੁੱਖ ਜਿਹੜਾ ਉਹ ਰੱਖਦੇ ਨੇ, ਮੀਡੀਆ ਨੂੰ ਵੀ ਲੈ ਲੈਂਦੇ ਨੇ, ਉਹ ਜਿਹੜਾ ਚੌਥਾ ਪਿਲਰ ਵਜੋਂ ਮੰਨਦੇ ਹੈਗੇ ਨੇ। ਸੋ ਉਹਨਾਂ ਨੇ ਸਾਰੇ ਹੀ ਜਿਹੜਾ ਇਹ ਸਿਸਟਮ ਆ, ਜਿੰਨੇ ਜਿਹੜੇ ਪਿਲਰ ਨੇ, ਉਹ ਸਾਰੇ ਪਿਲਰਾਂ ਨੂੰ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੋਇਆ। ਸੋ ਜਿਹੜੀ ਵੱਡੀ ਤਾਕਤ ਹੈਗੀ ਆ, ਜਿਹੜੀ ਪਿੱਛੇ ਜਿਹੜੀ ਸਿੱਧੀ ਬ੍ਰਾਹਮਣਵਾਦਤਾ ਹੈਗੀ ਆ, ਜਿਹੜੀ ਪਿੱਛੇ ਇਹ ਜਮਾਤ ਜਿਹੜੀ ਆ ਉਹ ਰਾਜ ਕਰ ਰਹੀ ਹੈਗੀ ਆ, ਡਜ਼ਨਟ ਮੈਟਰ ਕਿ ਉਹਦੇ ਉਸ ਗੱਦੀ ਦੇ ਉੱਤੇ ਬੈਠਾ ਕੌਣ ਆ, ਚਾਹੇ ਕੋਈ ਕਾਂਗਰਸ ਵਾਲਾ ਬੈਠਾ, ਚਾਹੇ ਬੀਜੇਪੀ ਵਾਲਾ ਬੈਠਾ, ਜਾਂ ਕੋਈ ਉੱਥੇ ਕੋਈ ਹੋਰ ਦੂਜਾ ਤੀਜਾ ਚੌਥਾ ਜਿਹੜਾ ਮਰਜ਼ੀ ਲੈ ਆਓ, ਜਿਹੜਾ ਮਰਜ਼ੀ ਉੱਥੇ ਬਿਠਾ ਦਿਓ ਲਿਆ ਕੇ, ਉਹਦੀ ਜਿਹੜੀ ਵਿਚਾਰਧਾਰਾ ਹੈਗੀ ਆ ਉਹ ਸਿੱਧੀ ਬ੍ਰਾਹਮਣਵਾਦਤਾ ਦੇ ਨਾਲ ਸੰਬੰਧ ਰੱਖਦੀ ਹੈਗੀ ਆ। ਉਹ ਕੁਛ ਨਹੀਂ ਕਰ ਸਕਦਾ। ਉਹ 10 ਸਾਲ ਇੱਕ ਪਗੜੀਧਾਰੀ ਵੀ ਪ੍ਰਾਈਮ ਮਿਨਿਸਟਰ ਤੁਸੀਂ ਦੇਖ ਲਿਆ ਹੋਣਾ, ਇੱਕ ਜਿਹੜਾ ਸਿੱਖ ਮੈਰਿਜ ਐਕਟ, ਇੱਕ ਸਿੰਪਲ ਜਿਹੜਾ ਇੱਕ ਹੈਗਾ,
ਉਹ ਵੀ ਉਹ ਇਨਸਾਨ ਲਾਗੂ ਨਹੀਂ ਕਰਾ ਪਾਇਆ। ਤੇ ਲੋਕਾਂ ਦੇ ਵਿੱਚ ਪੇਸ਼ਕਾਰੀ ਕੀ ਕੀਤੀ ਗਈ ਕਿ ਦੇਖੋ ਜੀ, ਇਸ ਇੰਡੀਆ ਦਾ ਤਾਂ ਇੱਕ ਸਿੱਖ ਪ੍ਰਾਈਮ ਮਿਨਿਸਟਰ ਵੀ ਜਿਹੜਾ ਹੈ ਉਹ ਰਿਹਾ ਹੈਗਾ। ਸੋ ਉਸ ਗੱਦੀ ਦੇ ਉੱਤੇ ਬੈਠਣਾ ਜਿਹੜਾ ਹੈ ਉਹ ਕੋਈ ਪੰਜਾਬ ਦਾ ਤੇ ਸਾਡਾ ਜਿਹੜਾ ਹੱਲ ਉਹ ਨਹੀਂ ਹੈ। ਬਾਕੀ ਤਾਂ ਥੱਲੇ ਤਾਂ ਛੱਡ ਹੀ ਦਿਓ ਨਾ, ਜਿਹੜੇ ਆ ਚੌਧਰੀ ਬਣਾ ਕੇ ਅਸੀਂ ਚੀਫ ਮਿਨਿਸਟਰ ਬਣਾ ਕੇ ਭੇਜਦੇ ਆ, ਇਹਨਾਂ ਦੀ ਤਾਂ ਗੱਲ ਹੀ ਛੱਡ ਦਿਓ। ਮੈਂ ਉੱਪਰ ਦੀ ਗੱਲ ਕਰਦਾ ਪਿਆ, ਜਿਹਨੂੰ ਲੋਕ ਸਲਾਮਾਂ ਕਰਦੇ ਨੇ, ਮੱਥੇ ਟੇਕਦੇ ਨੇ, ਹਾਏ ਸਾਡਾ ਭਾਰਤ ਮਹਾਨ, ਹਾਏ ਸਾਡਾ ਜਿਹੜਾ ਰਾਸ਼ਟਰਵਾਦ ਜੀ, ਇਹ ਤਾਂ ਰਾਸ਼ਟਰਵਾਦ ਦੇ ਉੱਤੇ ਹਮਲਾ ਜੀ। ਜੋ ਵੀ ਪੇਸ਼ਕਾਰੀ ਕੀਤੀ ਜਾਂਦੀ ਹੈਗੀ ਆ, ਉਹ ਅਸਲ ਦੇ ਵਿੱਚ ਸਿੱਧਾ ਜਿਹੜਾ ਹੈਗਾ ਉਹਦੇ ਪਿੱਛੇ ਇੱਕ ਚਲਾਕ ਬ੍ਰਾਹਮਣ ਜਿਹੜਾ ਹੈ ਉਹ ਰਾਜ ਜਿਹੜਾ ਹੈ ਉਹ ਕਰਦਾ ਆ ਰਿਹਾ, ਤੇ ਉਹ ਆਪਣੇ ਅਨੁਸਾਰ ਹਰ ਸਟੇਟ ਨੂੰ ਜਿਹੜਾ ਹੈ ਉਹ ਆਪਣੇ ਤਰੀਕੇ ਦੇ ਨਾਲ ਦੇਖਦਾ। ਇਹ ਗੱਲ ਸਾਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ। ਇਹੀ ਕਾਰਨ ਆ ਪੰਜਾਬ ਦੇ ਨਾਲ ਧੱਕਾ, ਤੇ ਇਹੀ ਕਾਰਨ ਆ ਜਿਹੜਾ ਉਹ ਸਿੱਖਾਂ ਦੇ ਨਾਲ ਧੱਕਾ ਜਿਹੜਾ ਹੋ ਰਿਹਾ ਹੈਗਾ। ਵਕਫਾ ਇੱਕ ਬ੍ਰੇਕ ਦਾ ਹੋ ਰਿਹਾ, ਸੋ ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਣੀ ਆ। ਇੱਕ ਟ੍ਰੇਲਰ ਤੁਹਾਨੂੰ ਦਿਖਾਉਣੇ ਆ ਅੱਜ, ਟ੍ਰੇਲਰ ਦੇਖੋ ਤੇ ਫਿਰ ਅਗਲੇ ਹਿੱਸੇ 'ਚ ਉਸ ਟ੍ਰੇਲਰ ਦੀ ਵੀ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਾਂਗੇ, ਤੇ ਪਸੰਦ ਆਵੇ ਤਾਂ ਇੱਥੋਂ ਦੇਖ ਕੇ ਤੇ ਮੈਂ ਤੁਹਾਨੂੰ ਬੇਨਤੀ ਕਰਦਾ, ਜਾਗਦੇ ਸਿਰ ਤੇ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਕਿਰਪਾ ਕਰਕੇ YouTube ਦੇ ਉੱਤੇ ਜਾ ਕੇ ਇਸ ਟ੍ਰੇਲਰ ਨੂੰ ਜਰਾ ਲਾਈਕ ਔਰ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਹੁਤ ਸੋਹਣੀ ਸਟੋਰੀ ਆ ਰਹੀ ਆ, ਜਦੋਂ ਦੇਖੋਗੇ ਤੇ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਤੇ ਕਮ ਸੇ ਕਮ ਦੇਖਣਾ ਚਾਹੀਦਾ। ਇੱਕ ਟੁੱਟੇ ਜਿਹੇ ਸਿੰਗਰ ਜਿਹੜੇ ਕਿਸੇ ਵੀ ਨਾ ਮੂੰਹ ਮੱਥੇ ਲੱਗਣ ਵਾਲੇ, ਤੇ ਨਾ ਹੀ ਉਹਨਾਂ ਦੇ ਵਿੱਚ ਕੋਈ ਮਾਂ ਬੋਲੀ ਦੀ ਗੱਲਬਾਤ, ਤੇ ਨਾ ਹੀ ਕੁਛ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੁਨਰ। ਉਹਨਾਂ ਨੂੰ ਲੱਖਾਂ ਵਿਊ ਅਸੀਂ ਦੇ ਦਿੰਦੇ ਆ, ਪਰ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਅੱਜ ਇੱਕ ਚੈਲੰਜ ਆ। ਇਹ ਟ੍ਰੇਲਰ ਤੁਹਾਨੂੰ ਦਿਖਾਉਂਦੇ ਆ। ਸੋ ਮਿਲਦੇ ਆ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। Don't worry about the funds. You will be provided as much as you want. इस तरीके से सिखों के दिलों में उबल रही इस बात को हम हमेशा के लिए खत्म कर सकते हैं मैडम। इसके बदले में परिवार आपका ख्याल रखेगा। So we now need to find a corrupt Jat Sikh officer for the operation. Yes, we have to. Exactly. Now we can use white phosphorus. You're not dealing with a small and group of anti-Indian elements. You're dealing with Punjab. You don't know what happened with Mughals and the Britishers in Punjab. 1699 ਦੇ ਵਿੱਚ ਇਨਕਲਾਬ ਉੱਥੋਂ ਹੀ ਸ਼ੁਰੂ ਹੋਇਆ ਸੀ, ਪਰ ਇੱਧਰ ਦੇਖ ਲਓ ਪੰਜਾਬ 'ਚ ਉਸੇ ਇਨਕਲਾਬ ਨੇ ਸਾਡੀਆਂ ਜੜ੍ਹਾਂ ਨਹੀਂ ਲੱਗਣ ਦਿੱਤੀਆਂ। फ़लस्तीनी मुक्ति मोर्चा और यासर अराफात की हमायत करना हमारी मजबूरी है। President Chernyenko agreed to finish the Sikh terrorism. ਇੱਕ ਵਾਰੀ ਨਾ ਜਾਪਾਨ ਅਮਰੀਕਾ ਤੇ ਹਾਵੀ ਹੋ ਗਿਆ ਸੀ। We are part of a nation's army. We have no religion. If any of you feel like your religious feelings are being hurt, then you have to leave this job. Am I understood? Yes, sir. ਵਾਹਿਗੁਰੂ ਵਾਹਿਗੁਰੂ ਕਰੋ ਤੇ ਹਥਿਆਰਾਂ ਨੂੰ ਕਰੋ ਸਾਫ਼। ਗੁਰੂ ਮਹਾਰਾਜ ਸਾਨੂੰ ਬਾਹਾਂ ਦੇ ਵਿੱਚ ਲੈਣ ਲਈ ਖੜੇ ਆ, ਤੇ ਅਸੀਂ ਇਸ ਨਰਕੀ ਦੁਨੀਆ ਤੋਂ ਕੀ ਲੈਣਾ। ਦੇਸ਼ ਸ਼ਿਵਾ ਬਰ ਹੋਏ ਹੈ ਸ਼ੁਭ ਕਰਮਨ ਤੇ ਕਬ ਹੋਣਾ।
टीवी 16 टोरंटो देख रहे दर्शकों को सत श्री अकाल। मैं केविन गुरपाल लेके आ रही हूँ प्रोग्राम मस्ती विद किड्स। अगर ਤੁਹਾਡੀ ਏਜ 5 to 14 है फिर ਤੁਸੀਂ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਅਗਰ ਤੁਸੀਂ ਮੇਰੇ ਗੈਸਟ ਬਣਨਾ ਚਾਹੁੰਦੇ ਹੋ contact tv16toronto@gmail.com ਜਾਂ text message or WhatsApp करो 647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ only on TV16 Toronto ਤੇ। ਸੋ ਦਰਸ਼ਕੋ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਆਪਣੇ ਵਿਊ ਜਿਹੜੇ ਨੇ ਉਹ ਸਾਨੂੰ ਜ਼ਰੂਰ, ਆਪਣੇ ਕਮੈਂਟਸ ਜਿਹੜੇ ਨੇ ਉਹ ਜ਼ਰੂਰ ਸਾਨੂੰ ਭੇਜਿਆ ਕਰੋ। ਉਹਦੇ ਵਾਸਤੇ ਜਿਹੜਾ ਹੈ ਹਮੇਸ਼ਾ ਸਾਨੂੰ ਇੰਤਜ਼ਾਰ ਰਹਿੰਦਾ ਹੈਗਾ। ਸੋ ਕਿਵੇਂ ਦਾ ਲੱਗਿਆ ਜੀ ਟ੍ਰੇਲਰ ਐਂਡ ਦਾ ਆਕੂਪਾਈਡ ਮੀ? ਇਹ ਵੈਬ ਸੀਰੀ ਆ ਰਹੀ ਹੈ ਜੀ ਇੱਕ। ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਇਹ ਕਿਸ ਤਰ੍ਹਾਂ ਦੀ ਵੈਬ ਸੀਰੀ ਹੈਗੀ ਆ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਆ। ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਸਰਦਾਰ ਸੁਰਿੰਦਰ ਸਿੰਘ ਜੀ ਹੋਣਾ ਦਾ ਇਹ ਇੱਕ ਬੜਾ ਵੱਡਾ ਉਪਰਾਲਾ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹਦੀ ਅਪਡੇਟ ਆਉਂਦੀ ਰਹੀ ਗਈ, ਆਪਾਂ ਤੁਹਾਡੇ ਨਾਲ ਜਿਹੜੀ ਆ ਉਹ ਸ਼ੇਅਰ ਕਰਦੇ ਰਵਾਂਗੇ। ਸੋ ਮੇਰੀ ਬੇਨਤੀ ਆ ਜੀ ਤੁਹਾਨੂੰ ਕਿ ਜਾਓ YouTube ਦੇ ਉੱਤੇ, ਤੇ ਅਗਰ ਕਿਸੇ ਨੂੰ ਕੋਈ ਲਿੰਕ ਚਾਹੀਦਾ ਹੈਗਾ ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੈਗੇ ਹੋ। ਤਾਂ ਮੈਂ ਤੁਹਾਨੂੰ ਉਹ ਲਿੰਕ ਭੇਜ ਦੂੰਗਾ। ਤੁਸੀਂ ਮੈਨੂੰ WhatsApp ਕਰ ਲਓ 9058725259 ਦੇ ਉੱਤੇ WhatsApp ਕਰ ਲਓ ਮੈਨੂੰ, ਤਾਂ ਮੈਂ ਤੁਹਾਨੂੰ ਉਹ ਇਸ ਟ੍ਰੇਲਰ ਦਾ ਲਿੰਕ ਜਿਹੜਾ ਹੈ ਉਹ ਪਹੁੰਚਦਾ ਕਰ ਦਿਆਂਗਾ। ਸੋ ਮੇਰੀ ਬੇਨਤੀ ਆ ਕਿ ਇਸ ਨੂੰ ਲਾਈਕ ਔਰ ਸ਼ੇਅਰ ਕਰ ਦਿਓ। ਇਹ ਸਾਡਾ ਫਰਜ਼ ਬਣਦਾ। ਜੇ ਮਿਹਨਤ ਕਰਕੇ ਅਸਲੀਅਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਸਾਡੇ ਵੀਰਾਂ ਵੱਲੋਂ ਕੀਤੀ ਗਈ ਆ, ਤੇ ਸਾਡਾ ਫਰਜ਼ ਜਿਹੜਾ ਹੈ ਉਹ ਨਿਭਾਉਣਾ ਅੱਗੋਂ ਸਾਨੂੰ ਸਾਡਾ ਆਪਣਾ ਜਿਹੜਾ ਹੈ ਉਹ ਪਹਿਲ ਦੇ ਤੌਰ ਦੇ ਉੱਤੇ ਹੋਣਾ ਚਾਹੀਦਾ ਹੈਗਾ। ਸੋ ਆਓ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਗੱਲਬਾਤ ਜਿਹੜੀ ਆ ਉਹ ਕਰਦੇ ਹੈਗੇ ਆ। ਸੋ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਹ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਸਾਡੀ ਸੋਚ ਜਾਂ ਸਮਝ ਹੈਗੀ ਆ, ਸੋ ਇਹ ਅੱਜ ਟੌਪਿਕ ਲੈਣ ਦਾ ਮੇਰਾ ਕਾਰਨ ਇਹੀ ਸੀਗਾ ਕਿ ਅਸੀਂ ਅੱਜ ਤੱਕ ਇਹ ਜਿਹੜਾ ਹੈ ਉਹ ਸਮਝ ਕਿਉਂ ਨਹੀਂ ਪਾ ਰਹੇ ਹੈਗੇ। ਇਹ ਠੀਕ ਹੈ ਕਿ ਅਸੀਂ ਕਿਸੇ ਨੇਤਾ ਜਾਂ ਜਿਹੜੇ ਉੱਥੇ ਜਮੂਰੇ ਤੁਰੇ ਫਿਰਦੇ ਨੇ, ਚਾਹੇ ਉਹ ਅਕਾਲੀ ਦਲ ਦੇ ਹੋਣ ਜਾਂ ਕਾਂਗਰਸ ਦੇ ਹੋਣ ਜਾਂ ਆਮ ਆਦਮੀ ਦੇ ਹੋਣ ਜਾਂ ਕੋਈ ਹੋਰ ਉੱਥੇ ਖਾਸ ਆਦਮੀ ਦੇ ਹੋਣ, ਹੋਰ ਜਿਹੜੇ ਨੇ ਉੱਥੇ, ਉਹ ਜਮੂਰੇ ਆਪਣੇ ਸੱਤਾ ਦੇ ਉੱਤੇ ਕਾਬਜ ਹੋਣ ਵਾਸਤੇ ਜਿਹੜੇ ਨੇ ਉਹ ਤਤਪਰ ਨੇ। ਸੋ ਇਹ ਹੈ ਸਾਡਾ ਪੋਲੀਟੀਕਲ ਸਟਰਕਚਰ। ਪਰ ਕੀ ਸੋਚਦੇ ਆ ਆਪਾਂ ਕਿ ਇਹ ਸਾਡੇ ਵਾਸਤੇ ਸਾਡੀ ਕੋਈ ਲੜਾਈ ਜਿਹੜੀ ਆ ਉਹ ਲੜ ਸਕਦੇ ਨੇ, ਜਾਂ ਸਾਡੇ ਵਾਸਤੇ ਕੋਈ ਇਹੋ ਜਿਹੀ ਲੀਡਰਸ਼ਿਪ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਦਿਖਦੀ ਆ ਜਿਹੜੀ ਕੋਈ ਪੰਜਾਬੀਅਤ ਤੇ ਸਿੱਖਾਂ ਵਾਸਤੇ ਅੱਗੇ ਜਾ ਕੇ ਕੋਈ ਕੰਮ ਕਰਦੀ ਹੋਵੇ? ਕਿਉਂਕਿ ਪੰਜਾਬ ਨੂੰ ਤਾਂ ਬਚਾਉਣਾ ਨਾ, ਪੰਜਾਬ ਨੂੰ ਤਾਂ ਅਸਲ ਵਿੱਚ ਤਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਨਾ ਆਪਾਂ, ਤੇ ਪੰਜਾਬ ਵਿੱਚ ਵਸਦੇ ਹੋਏ ਬਸ਼ਿੰਦਿਆਂ ਦੀ ਆਪਾਂ ਚੰਗੇ ਜੀਵਨ ਦੀ ਜਿਹੜੀ ਆ ਉਹਦੇ ਵਾਸਤੇ ਆਪਾਂ ਉਦਮ ਕਰਦੇ ਹੈਗੇ ਆ ਨਾ। ਪਰ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਹੈਗਾ ਕਦੀ ਕਿ ਇਹਨਾਂ ਵੱਲੋਂ ਅੱਜ ਤੱਕ ਕੋਈ ਵੀ ਉਦਮ ਜਿਹੜਾ ਹੈ ਉਹ ਨਹੀਂ ਕੀਤਾ ਗਿਆ, ਤੇ ਇਹਨਾਂ ਵੱਲੋਂ ਜਿਹੜਾ ਨਾ ਕਰਨਾ ਤੇ ਆਪਣੇ ਆਪ ਦੇ ਵਿੱਚ ਤਖਤੀਆਂ ਪਾ ਕੇ ਬੈਠੇ ਹੋਣਾ ਕਿ ਮੈਂ ਉਸ ਤੋਂ ਵੱਡਾ ਵਿਕਾਊ ਆ, ਤੇ ਦੂਜਾ ਕਹਿੰਦਾ ਕਿ ਮੈਂ ਉਸ ਤੋਂ ਵੱਡਾ ਵਿਕਾਊ ਆ। ਇਸ ਸਟੇਟ ਦਾ, ਭਾਰਤੀ ਸਟੇਟ ਦਾ ਵੱਡੇ ਵਿਕਾਊ ਹੋਣ ਦਾ ਜਿਹੜਾ ਉਹ ਦਾਅਵਾ ਕਰਦੇ ਨੇ। ਸੋ ਇਹ ਸਾਰੇ ਦੇ ਸਾਰੇ ਜਿਹੜੇ ਵਿਕੇ ਹੋਏ ਲੋਕ ਨੇ, ਇਹ ਸਾਰੇ ਦੇ ਸਾਰੇ ਉਸ ਵਿਪਰਵਾਦ ਦੀ ਜਿਹੜੀ ਹੈਗੀ ਆ ਉਹ ਛਤਰ ਛਾਇਆ ਹੇਠ ਜਿਹੜੇ ਨੇ ਉਹ ਪਲਦੇ ਨੇ। ਤੇ ਵਿਪਰਵਾਦ ਇਹਨਾਂ ਨੂੰ ਇਹ ਚੀਜ਼ ਜਿਹੜੀ ਆ ਉਹ ਬ੍ਰਾਹਮਣਵਾਦ ਇਹਨਾਂ ਨੂੰ ਇਹ ਚੀਜ਼ ਦੀ ਇਜਾਜ਼ਤ ਦਿੰਦਾ ਕਿ ਤੁਸੀਂ ਆਪਣੀ ਸਟੇਟ ਦੇ ਵਿੱਚ ਲੋਕਾਂ ਨੂੰ ਕੁੱਟੋ, ਲੋਕਾਂ ਨੂੰ ਮਾਰੋ, ਲੋਕਾਂ ਦਾ ਜੀਣਾ ਦੁੱਭਰ ਕਰ ਦਿਓ, ਲੋਕਾਂ ਨਾਲ ਜੋ ਧੱਕਾ ਹੁੰਦਾ ਤੁਸੀਂ ਉਹ ਕਰੋ, ਤੇ ਅਸੀਂ ਤੁਹਾਡੇ ਪੰਜਾਬ ਨਾਲ ਜਿਹੜਾ ਹੈ ਉਹ ਜੋ ਮਰਜ਼ੀ ਕਰੀਏ, ਧੱਕਾ ਕਰੀਏ। ਆ ਪਿਛਲੇ ਸਮੇਂ ਦੌਰਾਨ
ਜਿਹਦੀ ਬੜੀ ਲੋਕ ਹਿੱਕ ਠੋਕ ਕੇ ਗੱਲਬਾਤ ਕਰਦੇ ਨੇ ਜਲ੍ਹਿਆਂਵਾਲੇ ਬਾਗ ਦੀ, ਉਹਦੀ ਕਹਿੰਦੇ ਜੀ ਦਿੱਖ ਬਦਲਣ ਵਾਸਤੇ ਬਹੁਤ ਸਾਰੇ ਪੈਸੇ ਖਰਚੇ ਗਏ, ਬਹੁਤ ਸਾਰਾ ਧਨ ਜਿਹੜਾ ਹੈ ਉੱਥੇ ਲਗਾਇਆ ਗਿਆ। ਸੋ ਵਿਪਰਵਾਦ ਕਿਵੇਂ ਕੰਮ ਕਰਦਾ ਉਹ ਸਾਨੂੰ ਬਰੀਕੀਆਂ ਤੋਂ ਪਤਾ ਲੱਗ ਜਾਣਾ ਚਾਹੀਦਾ ਹੈਗਾ। ਸਾਨੂੰ ਸਾਡੀ ਜਿਹੜੀ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈਗਾ। ਅਸਲ 'ਚ ਚੀਜ਼ ਕੋਈ ਵੀ ਛੋਟੀ ਨਹੀਂ ਹੁੰਦੀ ਹੈਗੀ, ਉਹਦਾ ਜਿਹੜਾ ਕਦਮ ਆ ਉਹ ਕੋਈ ਵੀ ਛੋਟਾ ਨਹੀਂ ਹੁੰਦਾ। ਅਸੀਂ ਲੋਕ ਜਾਂ ਸਾਡੇ ਲੋਕਾਂ ਦੀ ਸੋਚਣੀ ਜਿਹੜੀ ਆ, ਅਸੀਂ ਉਹਨੂੰ ਛੋਟਾ ਬਣਾ ਕੇ ਪੇਸ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਹੈਗੇ ਆ। ਸੋ ਜਿੱਦਾਂ ਉਹਨਾਂ ਨੇ ਜਲ੍ਹਿਆਂਵਾਲੇ ਬਾਗ ਨੂੰ ਜਿਹੜਾ ਹੈ ਉਹਦਾ ਨਵੀਨੀਕਰਨ ਕੀਤਾ ਗਿਆ, ਤੇ ਕਿੱਦਾਂ ਉੱਥੇ ਜਿਹੜੇ ਸ਼ਹੀਦ ਨੇ, ਪਹਿਲਾਂ ਤਾਂ ਉਹਨਾਂ ਨੂੰ ਸ਼ਹੀਦ ਹੀ ਨਹੀਂ ਲਿਖਿਆ ਗਿਆ। ਦੇਖੋ ਇਹ ਸਿੱਧਾ ਸਿੱਧਾ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਦੀ ਰਿਸਪੌਂਸਿਬਿਲਟੀ ਹੁੰਦੀ ਹੈਗੀ ਆ, ਜਾਂ ਉਹਦੇ ਤੋਂ ਬਗੈਰ ਪੱਤਾ ਨਹੀਂ ਹਿਲ ਸਕਦਾ। ਫਿਰ ਜਲ੍ਹਿਆਂਵਾਲਾ ਬਾਗ ਜਿਹੜਾ ਹੈਗਾ ਉਹ ਗੁਜਰਾਤ ਵਿੱਚ ਤਾਂ ਹੈ ਨਹੀਂ ਭਾਈ, ਜਾਂ ਉਹ ਮਹਾਰਾਸ਼ਟਰ ਦੇ ਵਿੱਚ ਤਾਂ ਹੈ ਨਹੀਂ, ਜਾਂ ਉਹ ਹਰਿਆਣੇ ਦੇ ਵਿੱਚ ਤਾਂ ਹੈ ਨਹੀਂ, ਜਾਂ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਤਾਂ ਹਿਮਾਚਲ ਦੇ ਵਿੱਚ ਤਾਂ ਹੈ ਨਹੀਂ। ਤੇ ਉੱਥੇ ਪਹਿਲੀ ਜਿਹੜਾ ਸਭ ਤੋਂ ਉੱਪਰ ਹਿੰਦੀ ਕਿਉਂ ਲਿਖੀ ਗਈ? ਉੱਥੇ ਪੰਜਾਬੀ ਕਿੱਥੇ ਗਈ ਜੀ? ਕਿੰਨੇ ਕੁ ਲੋਕ ਬੋਲੇ ਨੇ? ਕਿੰਨਿਆਂ ਕੁ ਨੇ ਅਸੀਂ ਜਿਹੜਾ ਹੈ ਉਹ ਆ ਕੇ ਇਹ ਗੱਲ ਠੋਪੀ ਹੈਗੀ ਆ? ਤੇ ਕਿੰਨੇ ਕੁ ਸਾਡੇ ਆ ਜਿਹੜੇ ਜਮੂਰੇ ਬਿਠਾਏ ਨੇ, ਆ ਕੈਪਟਨ ਹੋਇਆ, ਬਾਦਲ ਹੋਇਆ, ਆ ਜਿਹੜੇ ਬਾਕੀ ਆਮ ਆਦਮੀ ਵਾਲੇ ਹੋਏ, ਖਾਸ ਆਦਮੀ ਵਾਲੇ, ਕਿੰਨੇ ਕੁ ਬੋਲੇ ਨੇ? ਕਿੰਨਿਆਂ ਕੁ ਨੇ ਹਿੱਕ ਠੋਕ ਕੇ ਇਹ ਗੱਲ ਕਹੀ ਹੈਗੀ ਆ ਕਿ ਹਾਂ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਇਹ ਗਲਤ ਕੀਤਾ ਗਿਆ, ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਹੈਗੀ ਆ, ਇਹ ਸਾਡਾ ਪੰਜਾਬ ਆ। ਇੱਕ ਬੋਲੀ ਵਾਸਤੇ ਤਾਂ ਇਹਨਾਂ ਦੇ ਮੂੰਹ ਸੀਤੇ ਹੋਏ ਨੇ, ਕਿਉਂਕਿ ਇਹ ਲੋਕ ਬਾਂਦਰ ਜਿਹੜੇ ਡੁਗਡੁਗੀ ਦੇ ਉੱਤੇ ਨਾਚ ਕਰਦੇ ਨੇ, ਇਹ ਉਹ ਨੇ। ਸੋ ਜਿੱਦਾਂ ਉਹ ਡੁਗਡੁਗੀ ਵਜਾਉਣਗੇ ਉਦਾਂ ਦਾ ਨਾਚ ਇਹਨਾਂ ਨੂੰ ਸਿਖਾਇਆ ਹੋਇਆ, ਉਹਨਾਂ ਕੇ ਬੋਲਣਗੇ। ਤੇ ਪੰਜਾਬ ਵਾਸਤੇ ਤਾਂ ਕਿਸੇ ਨੇ ਬੋਲਣਾ ਨਹੀਂ, ਤੇ ਨਾ ਇਹਨਾਂ ਤੋਂ ਕੋਈ ਆਸ ਰੱਖੀ ਜਾ ਸਕਦੀ ਆ। ਸੋ ਪੰਜਾਬ ਫਿਰ ਕਿਵੇਂ ਬਚਾਵਾਂਗੇ ਆਪਾਂ? ਸਵਾਲ ਤੇ ਇੱਥੇ ਆ ਕੇ ਖੜਾ ਹੋ ਜਾਂਦਾ ਹੈਗਾ। ਪੰਜਾਬ ਤੇ ਪੰਜਾਬੀਅਤ ਕਿਵੇਂ ਬਚੂਗੀ ਜਦੋਂ ਇਹ ਮਾਂ ਬੋਲੀ ਦੇ ਉੱਤੇ ਸਟੈਂਡ ਨਹੀਂ ਕਰਦੇ? ਇਹਨਾਂ ਨੇ ਜਿਹੜੇ ਹੱਥਾਂ ਦੇ ਉੱਤੇ ਅੱਧਾ ਕਿਲੋ ਰੂੰ ਦੀਆਂ ਫੰਮਣੀਆਂ ਬੰਨੀ ਬੈਠੇ ਨੇ, ਇਹ ਪੰਜਾਬ ਬਚਾ ਲੈਣਗੇ? ਜਿਹੜੀ ਨਵੇਂ ਦੀ ਹੁਣ ਬੜੀ ਗੱਲਬਾਤ ਲੋਕ ਕਰਦੇ ਨੇ, ਉਹ ਕਹਿੰਦੇ ਜੀ ਬਸ ਜੀ ਸਿੱਧੂ ਆ ਗਿਆ ਜੀ, ਹੁਣ ਤਾਂ ਪਤਾ ਨਹੀਂ ਪੰਜਾਬ ਹੀ ਸਾਰਾ ਬਚ ਜਾਣਾ ਹੈਗਾ। ਆ ਪਹਿਲਾਂ 2-4 ਸਾਲ ਭਗਵੰਤ ਮਾਨ ਦਾ ਵੀ ਤੁਰਿਆ ਫਿਰਦਾ ਸੀਗਾ, ਉਹ ਵੀ ਚੁਟਕਲੇ ਸੁਣਾਈ ਜਾਂਦਾ ਸੀਗਾ। ਇਦਾਂ ਹੀ ਉਹ ਜਿਹੜਾ ਸੁਖਬੀਰ ਬਾਦਲ ਆ, ਉਦਾਂ ਦੇ ਚੁਟਕਲੇ ਉਹ ਸੁਣਾਈ ਜਾਂਦਾ। ਅਮਰਿੰਦਰ ਤੇ ਉਦਾਂ ਹੀ ਆਪਣੇ ਫਾਰਮ ਹਾਊਸ ਚੋਂ ਨਹੀਂ ਨਿਕਲਦਾ ਹੈਗਾ। ਸੋ ਸਾਰਿਆਂ ਦਾ ਤੁਸੀਂ ਜਿਹੜਾ ਹੈ ਉਹ ਖੋਲ ਲਓ ਚੱਠਾ, ਤੁਹਾਡੇ ਸਾਰਾ ਕੁਝ ਸਾਹਮਣੇ ਆ ਜਾਂਦਾ ਹੈਗਾ। ਇਹ ਪੰਜਾਬ ਨੂੰ ਬਚਾਉਣਗੇ, ਤੇ ਇਹਨਾਂ 'ਚੋਂ ਪੰਜਾਬ ਦਾ ਜਿਹੜਾ ਯੂਥ ਆ ਜਾਂ ਪੰਜਾਬ ਦਾ ਜਿਹੜਾ ਜਿੰਨਾ ਵੀ ਸਾਡੀ ਜਨਰੇਸ਼ਨ ਆ ਨਵੀਂ, ਉਹ ਇਹਨਾਂ 'ਚੋਂ ਭਵਿੱਖ ਭਾਲਦੀ ਆ, ਜਾਂ ਇਹਨਾਂ 'ਚੋਂ ਆਪਣੇ ਆਉਣ ਵਾਲੇ ਭਵਿੱਖ ਦਾ ਕੋਈ ਸੁਨਹਿਰੀ ਪੰਨਾ ਫੋਲਣ ਦੀ ਕੋਸ਼ਿਸ਼ ਕਰਦੀ ਹੈਗੀ ਆ। ਸੋ ਅਸੀਂ ਇਹਨਾਂ ਦੇ ਵਿਰੋਧ ਤੇ ਚਲੋ ਜਿਹੜਾ ਕਰਨਾ ਹੀ ਕਰਨਾ, ਮੈਂ ਤੁਹਾਨੂੰ ਇੱਥੇ ਕਹਾਂਗਾ ਕਿ ਇਹਨਾਂ ਦੇ ਮਗਰ ਹੀ ਲੱਗਣਾ ਛੱਡ ਦਿਓ। ਸਭ ਤੋਂ ਵੱਡੀ ਗੱਲ, ਜੇ ਕਹਿੰਦੇ ਨੇ ਨਾ ਕਿ ਸਾਡਾ ਫਲਾਣਾ ਜੀ ਉਹ ਜੇ ਅਕਾਲੀ ਦਲ ਦਾ ਵਿਰੋਧ ਹੁੰਦਾ ਤਾਂ ਉਹ ਕਹਿੰਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਰ ਲਾ, ਜੇ ਕਿਸੇ ਆਮ ਆਦਮੀ ਪਾਰਟੀ ਦੇ ਉਹ ਕਹਿੰਦਾ ਜੀ ਅਕਾਲੀ ਦਲ ਕਾਂਗਰਸ ਵਾਲਿਆਂ ਨੇ ਕਰ ਦਿੱਤਾ। ਤੇ ਭਾਈ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਦਾ ਵੀ ਖਹਿੜਾ ਛੱਡ ਦਿਓ, ਇਹਨਾਂ ਦਾ ਹੀ ਮੋਹ ਤਿਆਗ ਦਿਓ, ਇਹਨਾਂ ਨੂੰ ਹੀ ਪਿੱਛੇ ਜਿਹੜਾ ਹੈ ਉਹ ਕਰ ਦਿਓ। ਫਿਰ ਦੂਜਾ ਸਵਾਲ ਜਿਹੜਾ ਸਭ ਤੋਂ ਵੱਡਾ ਪੈਦਾ ਹੁੰਦਾ, ਸਾਨੂੰ ਵੀ ਸਵਾਲ ਕਰਦੇ ਨੇ ਕਿ ਭਾਈ ਜੇ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਹੋਵਾਂਗੇ ਤੇ ਫਿਰ ਅਸੀਂ ਜਾਈਏ ਕਿੱਥੇ? ਤੇ ਮੈਂ ਹਮੇਸ਼ਾ ਹੀ ਆਪਣੇ ਵੀ ਅਸੀਂ ਜਿਹੜੇ ਸਾਡੇ ਸੋਰਸ ਨੇ, ਅਸੀਂ ਉਹਨਾਂ ਨਾਲ ਵੀ ਬੈਠ ਕੇ, ਜਾਂ ਸਾਡੀ ਜਿਹੜੀ ਟੀਮ ਆ ਅਸੀਂ ਉਹਨਾਂ ਨਾਲ ਵੀ ਬੈਠ ਕੇ ਹੀ ਗੱਲਬਾਤ ਕਰਦੇ ਹੁੰਦੇ ਆ ਕਿ ਭਾਈ ਇਹਨਾਂ ਚੋਂ ਹੀ ਭਵਿੱਖ ਤੁਹਾਨੂੰ ਕਿਉਂ ਲੱਭਦਾ ਹੈਗਾ? ਕੀ ਗੱਲ ਤੁਹਾਡੇ ਅੰਦਰ ਕੋਈ ਕੈਪੇਬਿਲਿਟੀ ਦੀ ਕਮੀ ਆ? ਤੁਹਾਡੇ ਅੰਦਰ ਕੋਈ ਜਿਹੜੀ ਹੈ ਉਹ ਦੂਰ ਦ੍ਰਿਸ਼ਟੀ ਦੀ ਕਮੀ ਹੈਗੀ ਆ? ਤੁਹਾਡੇ ਅੰਦਰ ਕੋਈ ਕਿਸੇ ਕਿਸਮ ਦੀ ਕੋਈ ਹੀਣ ਭਾਵਨਾ ਹੈਗੀ ਆ ਜਿਹਦੇ ਕਰਕੇ ਤੁਸੀਂ ਅੱਗੇ ਹੋ ਕੇ ਆਪਣੀ ਜਿਹੜੀ ਰਾਜ ਵਾਸਤੇ, ਸਟੇਟ ਵਾਸਤੇ, ਆਪਣੇ ਹੱਕ ਹਕੂਕ ਵਾਸਤੇ ਗੱਲਬਾਤ ਨਹੀਂ ਕਰ ਸਕਦੇ? ਕਿ ਇਹਨਾਂ ਕੋਲ ਕੋਈ ਸਪੈਸ਼ਲ ਸਰਟੀਫਿਕੇਟ ਦਿੱਤਾ ਹੋਇਆ ਇਹਨਾਂ ਨੂੰ ਕਿ ਇਹ ਲੋਕ ਹੀ ਜਿਹੜੇ ਨੇ ਉਹ ਤੁਹਾਡੀ ਨੁਮਾਇੰਦਗੀ ਕਰ ਸਕਦੇ ਆ, ਹੋਰ ਕੋਈ ਨੁਮਾਇੰਦਗੀ ਨਹੀਂ ਕਰ ਸਕਦਾ ਹੈਗਾ?
ਇਹ ਕਿਉਂ ਤਤਪਰ ਨੇ ਇੱਕ ਦੂਸਰੇ ਨੂੰ ਕਿ ਉਹ ਕਹਿੰਦਾ ਵੀ ਇੱਕ ਇੱਕ ਘਰ ਕਹਿੰਦਾ ਕਿ ਮੇਰੇ ਤਾਂ ਮੈਨੂੰ ਵੀ ਟਿਕਟਾਂ ਦੇ, ਮੈਨੂੰ ਤਾਂ ਜਿਹੜੀ ਦੇਣੀ ਆ, ਮੇਰੇ ਗਾਂ ਮੁੰਡਿਆਂ ਨੂੰ ਵੀ ਟਿਕਟਾਂ ਦੇ ਦਿਓ। ਮਤਲਬ ਤੁਸੀਂ ਇਹ ਦੇਖੋ ਕਿ ਇਹਨਾਂ ਲੋਕਾਂ ਦੀ ਸੋਚਣੀ ਕੀ ਆ, ਸੋਚਦੇ ਕੀ ਨੇ। ਇਹ ਤਾਂ ਇਹ ਕਹਿੰਦੇ ਨੇ ਕਿ ਅਸੀਂ ਵਿਕੇ ਹੋਏ ਬਾਂਦਰ ਆ ਤੇ ਅਸੀਂ ਗਲ 'ਚ ਪਾਈਆਂ ਨੇ ਤਖਤੀਆਂ ਵਿਕਿਆ ਹੋਈਆਂ ਦੀਆਂ, ਪਰ ਸਾਨੂੰ ਕਿਉਂ ਨਹੀਂ ਦਿਖਦੀਆਂ? ਆਮ ਜਿਹੜੀ ਪਬਲਿਕ ਹੈਗੀ ਆ ਉਹਨੂੰ ਕਿਉਂ ਨਹੀਂ ਦਿਖਦੀਆਂ? ਉਹ ਕਿਉਂ ਇਹਨਾਂ ਦੇ ਨਾਲ ਜਾਏ? ਮੈਂ ਕਹਿੰਦਾ ਕਿ ਚਲੋ ਮੰਨ ਲਿਆ ਕਿ ਆਪਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਕਦਮ ਨਹੀਂ ਚੱਕਣਾ, ਪਰ ਇਹਨਾਂ ਦੇ ਹੱਕ 'ਚ ਵੀ ਜਾ ਕੇ ਕਿਉਂ ਖੜਦੇ ਆਪਾਂ? ਫਿਰ ਹੱਕ 'ਚ ਖੜਨਾ ਬੰਦ ਕਰ ਦਿਓ। ਸਭ ਤੋਂ ਵੱਡਾ ਸੌਖਾ ਤਰੀਕਾ, ਕਿਸੇ ਦੇ ਹੱਕ 'ਚ ਨਾ ਇਹਨਾਂ ਨੂੰ ਚੱਲਣ ਦਿਓ। ਕਿੱਥੇ ਇਕੱਲੇ ਕੁਰਸੀਆਂ ਨਾਲ ਗੱਲਾਂ ਕਰ ਲੈਣਗੇ ਆ ਕੇ। ਜਦੋਂ ਸਾਡੀ ਸੋਚ ਆਪਣੀ ਦੇ ਵਿੱਚ ਤਬਦੀਲੀ ਨਹੀਂ ਆਉਂਦੀ ਹੈਗੀ, ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਲੜਨਾ ਕਿਹਦੇ ਨਾਲ ਆ, ਤੇ ਓਨੀ ਦੇਰ ਤੱਕ ਤੇ ਫਿਰ ਸਾਡਾ ਨਿਸ਼ਾਨਾ ਤੇ ਕਿਸੇ ਬੰਨੇ ਲੱਗ ਹੀ ਨਹੀਂ ਸਕਦਾ ਜਦ ਅਸੀਂ ਆਪਣੇ ਨਿਸ਼ਾਨੇ ਦੀ ਨਿਸ਼ਾਨਦੇਹੀ ਨਹੀਂ ਕਰ ਸਕਦੇ ਹੈਗੇ। ਸੋ ਜਿੰਨੀ ਦੇਰ ਤੱਕ ਸਾਡੇ ਨਿਸ਼ਾਨੇ ਦੀ ਨਿਸ਼ਾਨਦੇਹੀ ਨਹੀਂ ਹੁੰਦੀ ਕਿ ਆਪਾਂ ਜਾਣਾ ਕਿੱਧਰ ਨੂੰ ਹੈਗਾ, ਸਾਡਾ ਰਸਤਾ ਕਿੱਧਰ ਨੂੰ ਹੈਗਾ, ਸਾਨੂੰ ਕਰਨਾ ਕੀ ਚਾਹੀਦਾ ਹੈਗਾ, ਉਨੀ ਦੇਰ ਤੱਕ ਤੇ ਫਿਰ ਅਸੀਂ ਪਾਣੀ 'ਚ ਡਾਂਗਾਂ ਨੇ ਉਹ ਜਿੰਨੀਆਂ ਮਰਜ਼ੀ ਮਾਰੀ ਜਾਈਏ, ਲੱਸੀ ਆ ਉਹ ਜਿਹੜੀ ਹੈਗੀ ਆ ਉਹ ਰਿੜਕੀ ਜਾਓ, ਜਾਂ ਪਾਣੀ 'ਚ ਮਧਾਣੀ ਜਿਹੜੀ ਆ ਉਹ ਪਾਈ ਰੱਖੋ, ਉਹਦਾ ਦੇ ਵਿੱਚੋਂ ਨਿਕਲਣਾ ਤੇ ਕੁਛ ਹੋਇਆ ਨਹੀਂ। ਜੋ ਪਿਛਲੇ 74 ਸਾਲਾਂ 'ਚ ਨਹੀਂ ਨਿਕਲਿਆ, ਗਾਂ ਫਿਰ ਕੀ ਨਿਕਲੂਗਾ। ਸੋ ਗੱਲਾਂ ਜਿਹੜੀਆਂ ਨੇ ਇਹ ਬੜੀਆਂ ਦੇਖਣ ਨੂੰ ਹੈ ਤੇ ਸਿੰਪਲ ਨੇ, ਪਰ ਹੈ ਬੜੀਆਂ ਔਖੀਆਂ ਨੇ। ਔਖੀਆਂ ਇਸ ਕਰਕੇ ਨੇ ਕਿ ਅਸੀਂ ਆਪਣੇ ਦਿਮਾਗ ਦੀ ਬੱਤੀ ਜਗਾ ਕੇ ਜਿਹੜਾ ਹੈ ਉਹ ਨਹੀਂ ਚੱਲਦੇ ਹੈਗੇ। ਜੇ ਕਿਸੇ ਦੇ ਦਿਮਾਗ ਦੀ ਬੱਤੀ ਚੱਲਦੀ ਵੀ ਆ ਤੇ ਉਹ ਲੋਕ ਉਹਨੂੰ ਜਿਹੜਾ ਹੈ ਉਹ ਕਿੰਨਾ ਕੁ ਉਹਦੇ 'ਤੇ ਵਿਸ਼ਵਾਸ ਪ੍ਰਗਟ ਕਰਦੇ ਨੇ ਜਾਂ ਕਿੰਨਾ ਕੁ ਉਹਦੇ ਨਾਲ ਜਾ ਕੇ ਤੁਰਦੇ ਨੇ। ਆਪਾਂ ਇਹਨਾਂ ਦੇ ਮਗਰ ਤਾਂ ਜਾ ਲੱਗਦੇ ਹੈਗੇ ਆ। ਪਹਿਲਾਂ ਅਸੀਂ ਇਹਨਾਂ ਨੂੰ 4-4.5 ਸਾਲ ਗਾਲਾਂ ਕੱਢੀ ਜਾਂਦੇ ਆ, ਫਿਰ ਅਸੀਂ ਇਹਨਾਂ ਦੀ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਆ। ਕੁਛ ਜਿੰਦਾਬਾਦ ਕਰੀ ਜਾਂਦੇ, ਕੁਛ ਮੁਰਦਾਬਾਦ ਕਰੀ ਜਾਂਦੇ ਨੇ। ਤੇ ਇਹ ਲੋਕ ਜਿਹੜੇ ਨੇ ਉਹ ਤੁਹਾਡੇ ਉੱਤੇ ਜਿਹੜਾ ਹੈ ਉਹ ਪੂਰਾ ਗਲਬਾ ਪਾ ਕੇ ਆਪਣਾ ਤੇ ਆਪਣੀ ਜਿਹੜੀ ਰਾਜ ਸੱਤਾ ਵੱਲ ਜਿਹੜਾ ਉਹ ਫਿਰ ਵੱਧ ਜਾਂਦੇ ਹੈਗੇ ਨੇ। ਵਕਫਾ ਇੱਕ ਬ੍ਰੇਕ ਦਾ ਹੋ ਗਿਆ, ਸੋ ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ। ਸੋ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਹੈਗੇ ਆ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। Don't worry about the funds. You will be provided as much as you want. इस तरीके से सिखों के दिलों में उबल रही इस बात को हम हमेशा के लिए खत्म कर सकते हैं मैडम। इसके बदले में परिवार आपका ख्याल रखेगा। So we now need to find a corrupt Jat Sikh officer for the operation. Yes, we have to. Exactly. Now we can use white phosphorus. You're not dealing with a small and group of anti-Indian elements. You're dealing with Punjab. You don't know what happened with Mughals and the Britishers in Punjab. (1699) ਦੇ ਵਿੱਚ ਇਨਕਲਾਬ ਉੱਥੋਂ ਹੀ ਸ਼ੁਰੂ ਹੋਇਆ ਸੀ, ਪਰ ਇੱਧਰ ਦੇਖ ਲਓ ਪੰਜਾਬ 'ਚ ਉਸੇ ਇਨਕਲਾਬ ਨੇ ਸਾਡੀਆਂ ਜੜ੍ਹਾਂ ਨਹੀਂ ਲੱਗਣ ਦਿੱਤੀਆਂ। फ़लस्तीन मुक्ति मोर्चा और यासर अराफात की हमायत करना हमारी मजबूरी है। President Chernyenko agreed to finish the Sikh terrorism. ਇੱਕ ਵਾਰੀ ਨਾ ਜਾਪਾਨ ਅਮਰੀਕਾ ਤੇ ਹਾਵੀ ਹੋ ਗਿਆ ਸੀ। We are part of a nation's army. We have no religion. If any of you feel like your religious feelings are being hurt, then you have to leave this job. Am I understood? Yes, sir. ਵਾਹਿਗੁਰੂ ਵਾਹਿਗੁਰੂ ਕਰੋ ਤੇ ਹਥਿਆਰਾਂ ਨੂੰ ਕਰੋ ਸਾਫ਼। ਗੁਰੂ ਮਹਾਰਾਜ ਸਾਨੂੰ ਬਾਹਾਂ ਦੇ ਵਿੱਚ ਲੈਣ ਲਈ ਖੜੇ ਆ, ਤੇ ਅਸੀਂ ਇਸ ਨਰਕੀ ਦੁਨੀਆ ਤੋਂ ਕੀ ਲੈਣਾ? ਦੇਸ਼ ਸ਼ਿਵਾਵਰ ਹੋਏ ਹੈ ਸ਼ੁਭ ਕਰਮਨ ਤੇ ਕਬਹੂ ਨਾ
टीवी 16 टोरंटो देख रहे हैं दर्शकों को सत श्री अकाल। मैं केविन गुरपाल लेके आ रही हूँ प्रोग्राम मस्ती विद किड्स। अगर तुम्हारी एज 5 to 14 है ब्रेक तो बाद दर्शकों स्वागत है। प्रोग्राम चल रहा जी खुला सदा। उम्मीद करदा कि तुहानूं प्रोग्राम पसंद आ रहा होवेगा। आपां प्रोग्राम के अखीरले पड़ाव दे विच पहुंच चुके हैं। सो उम्मीद करदा कि तुहानूं ट्रेलर देख के पसंद आया होवेगा। अपने दोस्तां यारां मित्रां नूं, अपने साक संबंधियां नूं, फ्रेंड्स फैमिली नूं, सारिआं नूं इह जिहड़ा है वो फॉरवर्ड जरूर करो। मैं फिर बेनती करदा कि किसी को कोई लिंक चाहिए तो मैनू तुसीं WhatsApp कर लो, मैं तुहानूं लिंक जिहड़ा है पहुँचदा कर दियांगा। तो कृपा करके साडा जिहड़ा है ये पहल के तौर के उत्ते फर्ज बनदा कि असीं साडी इहो जी जिहड़ी असलीयत नूं दिखाउंदी ये वैब सीरीज़ जिहड़ी आ रही हैगी आ। सो 31 अक्तूबर नूं रिलीज़ हो जानी है। तुहानूं आउण वाले समय दे विच असीं अपने तौर के उत्ते भी जिहड़ा है वो जानकारी दे देंगे कि कित्थे तुसीं इस नूं देख सकदे हैगे हो। सो किसी वड्डे OTT प्लेटफार्म ते रिलीज़ होने की उम्मीद आ। सो उस वास्ते असीं तुहानूं जानकारी पहुँचती कर देंगे। सो फिलहाल ही तुसीं मेरी बेनती नूं प्रवान करते हुए सो इस ट्रेलर नूं वाच करो, अगे लाइक ते शेयर जिहड़ा है वो जरूर कर दिओ। मैं अपने फेसबुक पेज के उत्ते भी TV 16 टोरंटो दे जिहड़ा फेसबुक पेज हैगा उहदे उत्ते भी इस नूं जिहड़ा है वो शेयर किया होया। तुसीं उत्थे जाके भी अगे इस ट्रेलर नूं वाच कर सकते हो तो शेयर भी कर सकते हैगे हो। सो आओ आपां प्रोग्राम दे विच जिहड़े कुछ मिनट रहिंदे ने उहदे च आपां अगली जिहड़ी गलबात है उहनूं पूरा करते हैगे आ। सो मैं गलबात कर रहा सीगा कि ये जिहड़े जमूरे ने जिन्हां दे असीं मगर लग के इन्हां चों भविख लभण दी कोशिश करते हैगे आ। सो इन्हां चों भविख जिहड़ा है वो किवें लभ सकदे आ। जिहड़े एक कातल बंदे नूं जिन्हें लखां सिख नौजवान जिहड़े ने वो शरेआम जिहड़े ने वो मारे ते मरवाए, ते वो जिहड़ा बेअंता बुच्चड़ सी ते ओदी समाध ते जाके ओदी फोटो दे सामने ते जाके ते आ जिहड़ा खुमणियां बन के तुरिया फिरदा अद्धा किलो ये जाके उहनूं संत दसदा, कहंदा संत है वो। सो तुसीं संत की परिभाषा इन्हां लोकां दी देख लो। ये बचाउणगे साडा पंजाब, ये बचाउणगे साडा पंजाब। आपां कुछ तां आपां दिमाग अपना खोल के देख लीए। ते वो जिहड़ा पहला कुर्सी दे उत्ते बैठा हैगा वो भी जाके ओदे अगे हत्थ जोड़ के खलोता हैगा, वो बचाऊगा पंजाब। जां जिहड़ा पंजाब आ जिन्हें इन्हां ने तां चलो सिखां नूं मारिया ते जिन्हें आ जिहड़ा बादल परिवार है जिन्हें सिक्खी खत्म की आ, ये बचाएगा पंजाब ते सिक्खी बचाएगा। ते जां जिहड़ा तीजा जिहड़ा कहंदा कि मैं पंजाबियां दे उत्ते राज कर लवां, इन्ना क दिल लई फिरदा ओदा माफियां मंग मंग के पहला बड़का मारदा वो लारा ते मुड़ के आके वो माफियां मंग के ते फिर वो चले जांदा। वो कहंदा कि पंजाबियां दे भाई पंजाबियां दे उत्ते राज इदां नहीं होना हैगा, पंजाबियां ते राज करना ते फिर भाई कोई होर तुहानूं जिहड़ी आ कोई खास तरह की खुराक लैनी पैनी आ, फिर पंजाबियां ते राज कर सकते हो। इदां पंजाबियां ते राज नहीं जिहड़ा है हो सकता हैगा। सो जिहड़े ये सोचते ने कि असीं किसी तरीके दे नाल राज कर लीए जां राज भाग साडे हत्थ दे विच आ जावे, ते ये भी झूठ दे पलंदे जिहड़े ने वो करदे ने। इन्हां दी कोई चीज़ खोल के, मैं कल भी गल कीती सी कि कोई चीज़ इन्हां दी खोल के वेख लो जिहड़ा ये दिल्ली मॉडल की गल करते ने। सो जिन्ने भी ये मॉडल को अज तक तुहाडे जां साडे अगे पेश करन दी कोशिश की गई आ, जां वो जिहड़ा दाड़ी वाला बाबा जिहड़ा बन गया अजकल प्राइम मिनिस्टर, वो गुजरात मॉडल लैके आया सी ते गुजरात मॉडल तुसीं देख लो अपनी सारे जिहड़ा इंडिया का हाल की उन्हें कर दिता हैगा। सो जिहड़ा तुहाडे कोल दिल्ली वाला मॉडल आ रहा, जिहड़ा तुहाडे कोल पंजाब दा कैलाफोर्निया वाला मॉडल आ रहा, ये सारे मॉडल देख चुके हैं। ये सारे जिहड़े ने ये सिर्फ अखां चों घट्टा पाउण तो इलावा कुछ नहीं करते। ते ये भी उन्ने ही जिम्मेवार ने
ਇਹ ਉਨੇ ਹੀ ਧੋਖੇਬਾਜ਼ ਨੇ ਪੰਜਾਬ ਦੀ ਬਰਬਾਦੀ ਤੇ ਪੰਜਾਬ ਦੇ ਹੋ ਰਹੇ ਧੱਕੇ ਦੇ ਨਾਲ ਜਿੰਨਾ ਕਿ ਬੇਪਰਵਾਹ ਹੈਗਾ। ਕਿਉਂਕਿ ਜਦੋਂ ਤੁਸੀਂ ਆਪਣੀਆਂ ਜ਼ਮੀਰਾਂ ਆਪਣਾ ਸਾਰਾ ਕੁਝ ਵੇਚ ਕੇ ਇਹਨਾਂ ਦੇ ਅੱਗੇ ਨਿਸ਼ਾਵਰ ਕਰ ਦਿੱਤਾ ਹੋਇਆ, ਸੋ ਜਿਹੜੇ ਇਹ ਲੋਕ ਨਿਸ਼ਾਵਰ ਕਰ ਚੁੱਕੇ ਨੇ, ਇਹਨਾਂ ਤੋਂ ਭਵਿੱਖ ਦੀ ਆਸ ਪੰਜਾਬ ਤੇ ਪੰਜਾਬੀਆਂ ਨੂੰ ਬਿਲਕੁਲ ਨਹੀਂ ਰੱਖਣੀ ਚਾਹੀਦੀ। ਇਹ ਗੱਲ ਆਪਣੇ ਪੱਲੇ ਸਾਨੂੰ ਬੰਨ੍ਹਣਾ ਨਹੀਂ ਚਾਹੀਦੀ ਹੈਗੀ ਆ। ਸਾਡੇ ਉਹਨਾਂ ਲੋਕਾਂ ਨੂੰ ਵੀ ਬੰਨ੍ਹਣੀ ਚਾਹੀਦੀ ਆ ਜਿਹੜੇ ਲੋਕ ਅੰਨੇ ਭਗਤ ਨੇ, ਉਹਨਾਂ ਲੋਕਾਂ ਨੂੰ ਵੀ ਬੰਨ੍ਹਣੀ ਚਾਹੀਦੀ ਆ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਕੀ, ਸਾਡੇ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ। ਇਹ ਉਹਨਾਂ ਲੋਕਾਂ ਨੂੰ ਵੀ ਬੰਨ੍ਹਣੀ ਚਾਹੀਦੀ ਆ ਕਿ ਜਿਹੜੇ ਕੁਝ ਥੋੜੇ ਬਹੁਤ ਐਕਟਿਵ ਨੇ, ਤਾਂ ਉਹਨਾਂ ਲੋਕਾਂ ਨੂੰ ਵੀ ਬੰਨ੍ਹਣੀ ਚਾਹੀਦੀ ਹੈਗੀ ਆ ਕਿ ਜਿਹੜੇ ਸੋਚਦੇ ਨੇ ਕਿ ਅਸੀਂ ਐਕਟਿਵ ਹੋਈਏ, ਥੋੜਾ ਬਹੁਤ ਅੱਗੇ ਆ ਕੇ ਕੋਈ ਗੱਲਬਾਤ ਕਰੀਏ। ਸੋ ਸਾਰਿਆਂ ਨੂੰ ਹੀ ਹੰਬੜਾ ਮਾਰਨ ਦੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਹੈਗੀ ਆ। ਅਸੀਂ ਇਸ ਸਾਰੇ ਹੀ ਰਾਜਨੀਤਿਕ ਢਾਂਚੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝੀਏ ਕਿ ਸਾਡੀ ਲੜ ਕਿਹਦੇ ਨਾਲ ਰਹੇ ਆ, ਅਸੀਂ ਲੜਾਈ ਸਾਡੀ ਕਿਹਦੇ ਨਾਲ, એનર્ਜੀ ਕਿੱਥੇ ਵੇਸਟ ਕਰਦੇ ਪਏ ਆ, ਸਾਨੂੰ ਕਰਨਾ ਕੀ ਚਾਹੀਦਾ ਤੇ ਅਸੀਂ ਕਰ ਕੀ ਰਹੇ ਹੈਗੇ ਆ, ਸਾਨੂੰ ਮੂੰਹ ਕਿੱਧਰ ਨੂੰ ਕਰਨਾ ਚਾਹੀਦਾ, ਸਾਨੂੰ ਦਿਸ਼ਾ ਕਿੱਥੋਂ ਲੈਣੀ ਚਾਹੀਦੀ ਆ, ਤੇ ਅਸੀਂ ਕਰ ਕੀ ਰਹੇ ਹੈਗੇ ਆ। ਇਹ ਸਭ ਤੋਂ ਵੱਡਾ ਇਸ ਟਾਈਮ ਦੇ ਉੱਤੇ ਸਾਡੇ ਅੱਗੇ ਆ ਕੇ ਸਵਾਲ ਜਿਹੜਾ ਉਹ ਖੜਾ ਹੋ ਜਾਂਦਾ ਹੈਗਾ। ਸੋ ਸਾਡੀ ਦਿਸ਼ਾ ਜਿਹੜੀ ਹੈਗੀ ਆ ਉਹ ਬੜੀ ਸਪਸ਼ਟ ਆ ਕਿ ਜਿੰਨੀ ਦੇਰ ਤੱਕ ਅਸੀਂ ਜਿਹੜਾ ਪਿਛਲੇ ਵਾਰੀ ਹੱਥ ਜੋੜ ਕੇ ਜਿਹੜਾ 5 ਵਾਰ ਦਾ ਮੁੱਖ ਮੰਤਰੀ ਆਪੇ ਹੀ ਬਣਿਆ ਜਿਹੜਾ ਸੀਗਾ ਫਕਰੇ ਕੌਮ, ਜਿਹੜਾ ਸਿੱਖੀ ਨੂੰ ਜਿਹਨੇ ਖਤਮ ਕੀਤਾ, ਬਾਦਲ, ਵੱਡਾ ਪ੍ਰਕਾਸ਼ ਦਾਸ ਬਾਦਲ, ਇਹ ਜਿਹੜਾ ਕਹਿੰਦਾ ਸੀ ਮੈਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹੜਾ ਉਹ ਦਊਂਗਾ। ਸੋ ਭਾਈ ਸਾਨੂੰ ਇਸ ਟਾਈਮ ਦੇ ਉੱਤੇ ਅਸਲ ਦੇ ਵਿੱਚ ਉਹ ਜਿਹੜਾ ਸਿੱਖ ਰਾਜ ਸੀ ਉਹਦੀ ਪ੍ਰਾਪਤੀ ਚਾਹੀਦੀ ਆ, ਉਹਦੇ ਵਰਗਾ ਰਾਜ ਨਹੀਂ ਚਾਹੀਦਾ, ਉਹਦੀ ਉਸ ਰਾਜ ਦੀ ਪ੍ਰਾਪਤੀ ਚਾਹੀਦੀ ਆ। ਉਹਦੀ ਪ੍ਰਾਪਤੀ ਵਾਸਤੇ ਸਾਨੂੰ ਖੁਦ ਹੀ ਹੰਬੜਾ ਮਾਰਨਾ ਪੈਣਾ, ਖੁਦ ਹੀ ਸਾਨੂੰ ਉਹ ਰਸਤਾ ਚੁਣਨਾ ਪੈਣਾ, ਖੁਦ ਹੀ ਇਸ ਵਿਪਰਵਾਦ ਨਾਲ ਲੜਨਾ ਪੈਣਾ, ਖੁਦ ਹੀ ਇਸ ਸਟੇਟ ਦੇ ਨਾਲ ਇਹਦੇ ਆਪੋਜਿਟ ਖੜਨਾ ਪੈਣਾ, ਇਹਨੂੰ ਇਸ ਨੂੰ ਜਿਹੜਾ ਹੈ ਉਹ ਦਿਖਾਉਣਾ ਪੈਣਾ ਕਿ ਭਾਈ ਅਸੀਂ ਵਿਚਾਰਧਾਰਕ ਤੌਰ ਦੇ ਉੱਤੇ ਵੀ ਤੁਹਾਡੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ, ਧਾਰਮਿਕ ਤੌਰ ਦੇ ਉੱਤੇ ਵੀ ਤੁਹਾਡਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈਗਾ, ਰਾਸ਼ਟਰਵਾਦ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ, ਅਸੀਂ ਕੋਈ ਤੁਹਾਡੇ ਰਾਸ਼ਟਰ ਜਿਹੜਾ ਹੈ ਉਸ ਨੂੰ ਬਿਲਕੁਲ ਨਹੀਂ ਮੰਨਦੇ ਹੈਗੇ, ਕੋਈ ਤੁਹਾਡਾ ਸਾਡਾ ਤੇ ਇੱਕ ਹੀ ਹੈਗਾ ਕਿ ਅਸੀਂ ਆਪਣਾ ਜਿਹੜਾ ਮਾਨਵਤਾ ਦੇ ਭਲੇ ਵਾਸਤੇ, ਜਿਹੜਾ ਸਰਬੱਤ ਦੇ ਭਲੇ ਵਾਸਤੇ ਅਸੀਂ ਜਿਹੜੀ ਅਰਦਾਸ ਵੀ ਕਰਦੇ ਹੈਗੇ ਆ। ਸੋ ਅਸੀਂ ਉਸ ਰਾਜ ਨੂੰ ਪ੍ਰਾਪਤ ਕਰਨ ਦੀ ਗੱਲ ਕਰੀਏ, ਨਾ ਕਿ ਅਸੀਂ ਇਹਨਾਂ ਜਮਹੂਰੀਆਂ ਦੇ ਮਗਰ ਲੱਗ ਕੇ ਆਪਣਾ ਸਮਾਂ, ਆਪਣਾ ਪੈਸਾ, ਆਪਣਾ ਜਿਹੜਾ ਭਵਿੱਖ ਜਿਹੜਾ ਹੈ ਉਹ ਖਰਾਬ ਕਰ ਰਹੇ ਹੈਗੇ ਆ। ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਸਾਨੂੰ ਜਿਹੜਾ ਸਿੱਧਾ ਨਿਸ਼ਾਨਾ ਜਿਹੜਾ ਉਧਰ ਨੂੰ ਮੂੰਹ ਕਰਨਾ ਚਾਹੀਦਾ, ਤੇ ਨਿਸ਼ਾਨਾ ਜਿਹੜਾ ਉਹ ਸਪਸ਼ਟ ਆ। ਸੋ ਜਾਗਦੀਆਂ ਜ਼ਮੀਰਾਂ, ਜਾਗਦੇ ਹੋਏ ਸਿਰ ਜਿਹੜੇ ਨੇ ਉਹ ਤਾਂ ਇਸ ਬੰਨੇ ਲੱਗੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਐਵੇਂ ਹੀ ਸਮਾਂ ਅਜਾਈ ਗਵਾਉਂਦੇ ਨੇ, ਜੇ ਇਹ ਤੁਸੀਂ ਸੋਚਦੇ ਹੋ ਕਿ ਅਸੀਂ ਇਹਨਾਂ ਦੇ ਨਾਲ ਖੜ ਕੇ ਫੋਟੋਆਂ ਖਿਚਾਉਣ ਦੇ ਨਾਲ ਜਾਂ ਇਹਨਾਂ ਦੇ ਨਾਲ ਰੈਲੀਆਂ ਦੇ ਵਿੱਚ ਜਾਣ ਨਾਲ ਕੋਈ ਆਪਣਾ ਭਵਿੱਖ ਤਲਾਸ਼ ਲਾਂਗੇ, ਤੇ ਇਹ ਸਭ ਤੋਂ ਵੱਡੀ ਜਿਹੜੀ ਹੈ ਉਹ ਸਾਡੇ ਦਿਮਾਗ ਦੇ ਤਾਲੇ ਲੱਗੇ ਹੋਣ ਦੀ ਜਿਹੜੀ ਆ ਉਹ ਨਿਸ਼ਾਨੀ ਹੈਗੀ ਆ। ਸੋ ਬੇਨਤੀ ਆ ਕਿ ਜਿਹਦੇ ਨਾਲ ਸਾਡੀ ਲੜਾਈ ਆ ਉਹਦੇ ਨਾਲ ਅਸੀਂ ਲੜੀਏ, ਤੇ ਜਿਹੜਾ ਸਾਡਾ ਨਿਸ਼ਾਨਾ ਉਹਦੀ ਪੂਰਤੀ ਵੱਲ ਜਿਹੜਾ ਹੈ ਉਹ ਅੱਗੇ ਵਧੀਏ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਆਪਣੇ ਕਮੈਂਟ ਜ਼ਰੂਰ ਸਾਡੇ ਤੱਕ ਪਹੁੰਚਦੇ ਕਰਿਓ। ਕੱਲ ਆਪਾਂ ਦੁਬਾਰਾ 6:30 ਵਜੇ ਟੋਰਾਂਟੋ ਸਮੇਂ ਮੁਤਾਬਕ ਤੁਹਾਨੂੰ ਜਿਹੜਾ ਹੈ ਉਹ ਦੁਬਾਰਾ ਇਸੇ ਹੀ ਸਟੇਸ਼ਨ ਤੋਂ ਜਿਹੜਾ ਹੈ ਉਹ ਦੁਬਾਰਾ ਮਿਲਾਂਗੇ। ਸੋ ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।